हेलो एवरीवन, मेरा नाम रमन शर्मा। एज एन आयल्स ट्रेनर मैंने अपना यूट्यूब चैनल रमन आयल्स के नाम से बनाया ਤੇ ਤੁਹਾਡੇ ਸਾਰੇ ਬੱਚਿਆਂ ਵੱਲੋਂ ਛੋਟੇ ਭੈਣ ਭਰਾਵਾਂ ਵੱਲੋਂ ਦੋਸਤ ਮਿੱਤਰਾਂ ਵੱਲੋਂ ਬਹੁਤ ਪਿਆਰ ਮਿਲਿਆ। ਵੀਡੀਓ ਨੂੰ ਲਗਭਗ 18 ਤੋਂ 20 ਕੰਟਰੀਜ਼ ਦੇ ਵਿੱਚ ਪਲੇ ਹੁੰਦੀ ਹੈ ਤੇ ਬਹੁਤ ਖੁਸ਼ੀ ਹੁੰਦੀ ਆ ਕਿ ਸਾਡੇ ਪੰਜਾਬੀ ਭੈਣ ਭਰਾ ਨੇ ਜਿਹੜੇ ਇਹ ਵੀਡੀਓ ਨੂੰ ਦੇਖਦੇ ਆ ਤੇ ਬਹੁਤ ਪਿਆਰ ਦਿੰਦੇ ਆ। ਮੈਂ ਹਰ ਵਾਰ ਕੋਸ਼ਿਸ਼ ਕਰਦਾ ਕਿ ਵੀਡੀਓ ਨੂੰ ਬਹੁਤ ਵਧੀਆ ਤਰੀਕੇ ਨਾਲ ਤੇ ਆਸਾਨ ਤਰੀਕੇ ਨਾਲ ਬਣਾਇਆ ਜਾਵੇ ਤਾਂ ਜੋ ਕੋਈ ਬੱਚਾ ਜੇ ਕੋਈ ਸੈਂਟਰ 'ਚ ਵੀ ਨਹੀਂ ਜਾਂਦਾ ਜਾਂ ਕਿਸੇ ਆਇਲਸ ਨੂੰ ਆਨਲਾਈਨ ਵੀ ਕਿਸੇ ਕੋਲ ਨਹੀਂ ਪੜਦਾ ਤਾਂ ਉਹ ਆਪਣਾ ਘਰੇ ਬੈਠ ਕੇ ਆਪਣੀਆਂ ਟ੍ਰਿਕਸ ਸਿੱਖ ਸਕੇ ਤੇ ਐਗਜ਼ਾਮ ਦੇ ਵਿੱਚ ਇਹਨਾਂ ਨੂੰ ਅਪਲਾਈ ਕਰ ਸਕੇ। ਟੂ ਬੀ ਵੈਰੀ ਓਨੈਸਟ, ਜੇ ਮੈਂ ਗੱਲ ਕਰਦਾ ਅੱਜ ਮੈਂ ਟਾਕ ਕਰੂੰਗਾ ਜਿਹੜਾ 12 ਨਵੰਬਰ ਨੂੰ ਐਗਜ਼ਾਮ ਆਇਆ ਸੀਗਾ ਉਹਦੇ 'ਚ ਇੱਕ ਰੀਡਿੰਗ ਦੇ ਸੈਕਸ਼ਨ ਦਾ ਜਿਹੜਾ ਨਾਮ ਸੀਗਾ ਉਹ ਸੀਗਾ ਆਰਟੀਫੀਸ਼ੀਅਲ ਇੰਟੈਲੀਜੈਂਸ। ਮੈਂ ਸਰਚ ਆਊਟ ਕੀਤਾ ਤੇ ਮੈਨੂੰ ਉਹ ਬਿਲਕੁਲ ਸੇਮ ਟੌਪਿਕ ਮਿਲ ਵੀ ਗਿਆ ਤੇ ਮੈਂ ਟਰਾਈ ਕਰੂੰਗਾ ਕਿ ਮੈਂ ਆਪਣੇ ਬੱਚਿਆਂ ਨੂੰ ਐਗਜ਼ਾਮ ਲੈਵਲ ਕਿ ਐਗਜ਼ਾਮ ਕਿਵੇਂ ਆਉਂਦਾ ਹੈ ਉਹਦੀ ਰੀਡਿੰਗ ਨੂੰ ਆਪਾਂ ਕਿਵੇਂ ਸੋਲਵ ਕਰੀਏ। ਕਈ ਵਾਰ ਕੀ ਹੁੰਦਾ ਕਿ ਬਹੁਤ ਸਾਰੇ ਬੱਚੇ ਘਰੇ ਬੈਠੇ ਕੈਂਬਰਿਜ ਜਾਂ ਹੋਰ ਕੋਈ ਮਟੀਰੀਅਲ ਹੈ ਜਿਹੜਾ ਉਹ ਲੈਵਲ ਦੇ ਅਕੋਰਡਿੰਗ ਹੁੰਦਾ ਹੈ, ਪਹਿਲਾਂ ਜਿਵੇਂ ਈਜ਼ੀ ਹੁੰਦਾ ਹੈ ਜਾਂ ਕੋਈ ਈਜ਼ੀਅਰ ਵੀ ਹੁੰਦਾ, ਕੋਈ ਈਜ਼ੀਐਸਟ ਵੀ ਹੁੰਦਾ, ਕੋਈ ਟਫੈਸਟ ਵੀ ਹੁੰਦਾ ਹੈਗਾ। ਪਰ ਅੱਜ ਦੀ ਜੋ ਰੀਡਿੰਗ ਹੋਏਗੀ ਟੂ ਬੀ ਵੈਰੀ ਓਨੈਸਟ ਐਗਜ਼ਾਮ ਲੈਵਲ ਦੀ ਹੋਏਗੀ। ਜਿਸ ਤਰੀਕੇ ਨਾਲ ਮੈਂ ਪੜਾਉਂਗਾ ਅੱਜ ਟਰਾਈ ਕਰਿਓ ਕਿ ਸੇਮ ਟ੍ਰਿਕਸ ਨੂੰ ਤੁਸੀਂ ਅਪਲਾਈ ਕਰੋ। ਤੇ ਜੋ ਅੱਜ ਦਾ ਟੌਪਿਕ ਹੈ ਉਹਦਾ ਨਾਮ ਹੈ ਮੈਚਿੰਗ। ਲਗਭਗ ਲਿਸਟ ਆਫ ਹੈਡਿੰਗ ਵਰਗੇ ਹੁੰਦੇ ਆ ਪਰ ਇਹਨਾਂ 'ਚ ਇੱਕ ਫਰਕ ਹੈਗਾ, ਲਿਸਟ ਆਫ ਹੈਡਿੰਗ 'ਚ ਕੋਈ ਵੀ ਦੁਬਾਰੇ ਰਿਪੀਟ ਨਹੀਂ ਹੁੰਦਾ। ਮਤਲਬ ਕਿ ਜਿਹਦਾ ਆਨਸਰ ਇੱਕ ਵਾਰ A ਲੱਗ ਗਿਆ ਤਾਂ ਦੁਬਾਰੇ ਕਿਸੇ ਦਾ ਆਨਸਰ A ਨਹੀਂ ਹੋਏਗਾ, ਜਿਹਦਾ B ਇੱਕ ਵਾਰ ਲੱਗ ਗਿਆ ਤਾਂ ਦੁਬਾਰੇ B ਨਹੀਂ ਹੋਏਗਾ। ਪਰ ਮੈਚਿੰਗ ਦੇ ਵਿੱਚ ਆਪਾਂ ਕਈ ਵਾਰ ਜਿਹੜਾ ਆਪਾਂ ਅਲਫਾਬੈਟ ਹੈ ਆਪਣਾ ਉਹਨੂੰ ਟਵਾਈਸ ਵੀ ਯੂਜ਼ ਕਰ ਸਕਦੇ ਆ ਤਾਂ ਦੁਬਾਰੇ ਵੀ ਯੂਜ਼ ਕਰ ਸਕਦੇ ਆ। ਅੱਜ ਦੀ ਜੋ ਮੈਂ ਰੀਡਿੰਗ ਤੁਹਾਨੂੰ ਪੜਾਉਂਗਾ ਮੈਂ ਇਹਨੂੰ ਬਹੁਤ ਵਧੀਆ ਤਰੀਕੇ ਨਾਲ ਕਲੀਅਰ ਕਰਾਉਂਗਾ ਤਾਂ ਜੋ ਤੁਹਾਨੂੰ ਐਗਜ਼ਾਮ ਕਰਨ ਦੇ ਵਿੱਚ ਕੋਈ ਪ੍ਰੋਬਲਮ ਨਹੀਂ ਆਏਗੀ। ਤੇ ਜਿੰਨੇ ਵੀ ਬੱਚੇ ਮੇਰੀ ਵੀਡੀਓ ਨੂੰ ਦੇਖਦੇ ਆਗੇ ਜੋ ਉਹਨਾਂ ਨੂੰ ਬਹੁਤ ਵਧੀਆ ਨੌਲੇਜ ਮਿਲਦੀ ਹੈ ਤੇ ਮੈਂ ਤੁਹਾਨੂੰ ਪਰਸਨਲੀ ਆਪਣੇ ਵੱਲੋਂ ਕਹਿਣਾ ਚਾਹੁੰਦਾ ਕਿ ਆਪਣੇ ਜਿੰਨੇ ਵੀ ਦੋਸਤ ਮਿੱਤਰ ਜਿਹੜੇ ਆਇਲਸ ਕਰਦੇ ਆ ਉਹਨਾਂ ਨਾਲ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਤਾਂ ਜੋ ਹਰ ਇੱਕ ਬੱਚਾ ਘਰ ਬੈਠਾ ਆਪਣੇ ਬਹੁਤ ਅੱਛੇ ਤਰੀਕੇ ਨਾਲ ਸਾਰੀ ਤਰ੍ਹਾਂ ਦੀ ਡਾਊਟਸ ਕਲੀਅਰ ਸਕੇ। ਮੈਂ ਕੱਲਾ ਇੱਕ ਮੋਡਿਊਲ ਨਹੀਂ ਪੜਾਉਂਦਾ ਬੱਚੇ, ਮੈਂ ਡੇਲੀ ਟਰਾਈ ਕਰਦਾ ਕਿ ਮੈਂ ਸ਼ਫਲ ਕਰਦਾ ਰਹਾ, ਕਦੇ ਮੈਂ ਲਿਸਨਿੰਗ ਨੂੰ ਵੀ ਪੜਾਵਾਂ, ਕਦੇ ਰੀਡਿੰਗ ਵੀ ਪੜਾਵਾਂ ਤੇ ਆਇਲਸ ਨੂੰ ਇੰਟਰਸਟਿੰਗ ਬਣਾਇਆ ਜਾਵੇ। ਤੇ ਟੂ ਬੀ ਵੈਰੀ ਓਨੈਸਟ ਮੈਂ ਇਸ ਟਾਈਮ ਪੰਜਾਬੀ ਟੂ ਇੰਗਲਿਸ਼ ਜਾਂ ਇੰਗਲਿਸ਼ ਟੂ ਪੰਜਾਬੀ ਕੁਝ ਵੀ ਪੜਾਉਣਾ ਤੇ ਮੈਂ ਟਰਾਈ ਕਰੂੰਗਾ ਕਿ ਬਹੁਤ ਸਾਰੇ ਕੰਟਰੀਜ਼ ਦੇ ਵਿੱਚ ਜਿਹੜੇ ਪੀਪਲ ਆਇਲਸ ਕਰਦੇ ਹੈਗੇ ਉਹਨਾਂ ਨੂੰ ਜਸਟ ਇੰਗਲਿਸ਼ ਟੂ ਇੰਗਲਿਸ਼ ਦੀਆਂ ਵੀਡੀਓਜ਼ ਚਾਹੀਦੀਆਂ ਹੁੰਦੀਆਂ ਨੇ ਤਾਂ ਡੈਫੀਨਿਟਲੀ ਮੈਂ ਟਰਾਈ ਕਰੂੰਗਾ ਕਿ ਮੈਂ ਤੁਹਾਨੂੰ ਡਾਇਰੈਕਟ ਮੈਥਡ ਨਾਲ ਪੜਾਵਾਂ। ਇੰਗਲਿਸ਼ ਟੂ ਇੰਗਲਿਸ਼ ਤੁਸੀਂ ਬਹੁਤ ਵਧੀਆ ਤਰੀਕੇ ਨਾਲ ਅੰਡਰਸਟੈਂਡ ਕਰੋਗੇ ਤੇ ਹੋਪ ਆਪਣੀਆਂ ਵੀਡੀਓਜ਼ ਨੂੰ ਤੁਸੀਂ ਜਿਵੇਂ ਪਹਿਲਾਂ ਪਿਆਰ ਕਰਦੇ ਹੋ ਤਾਂ ਐਵੇਂ ਕਰੋਗੇ। ਸੋ ਆਪਾਂ ਟਾਈਮ ਵੇਸਟ ਨਹੀਂ ਕਰਦੇ ਤੇ ਮੈਂ ਤੁਹਾਨੂੰ ਸਮਝਾਉਣਾ ਅੱਜ ਦਾ ਜੋ ਮੇਨ ਟੌਪਿਕ ਹੈਗਾ। ਸੋ ਆਪਾਂ ਸਕਰੀਨ ਦੇ ਉੱਤੇ ਲੈ ਕੇ ਆਉਂਦੇ ਆ ਟੌਪਿਕ ਦਾ ਜਿਹੜਾ ਕਰੰਟ ਟੌਪਿਕ ਹੈ ਬਿਲਕੁਲ ਇਹਦਾ ਨੇਮ ਹੈ ਆਰਟੀਫੀਸ਼ੀਅਲ ਇੰਟੈਲੀਜੈਂਸ। ਤੇ ਬੱਚੇ ਮੈਨੂੰ ਥੋੜੇ ਵਧੀਆ ਤਰੀਕੇ ਨਾਲ ਤੁਹਾਨੂੰ ਪੜਾਉਣ ਦਿਓ ਇਹ ਤੁਸੀਂ ਆਪ ਵੀ ਪਤਾ ਲੱਗੇਗਾ ਕਿ ਹਾਂ ਸਾਡੇ ਟ੍ਰੇਨਰ ਨੇ ਸਾਡੇ ਤੇ ਜ਼ੋਰ ਲਾਇਆ, ਸਾਨੂੰ ਟ੍ਰਿਕਸ ਸਿਖਾਈਆਂ ਤੇ ਡੈਫੀਨਿਟਲੀ ਤੁਹਾਨੂੰ ਇਹ ਹੈਲਪਫੁਲ ਵੀ ਬਹੁਤ ਜ਼ਿਆਦਾ ਹੋਣਗੀਆਂ ਐਗਜ਼ਾਮ ਦੇ ਵਿੱਚ। ਚਲੋ ਆਪਾਂ ਇਦਾਂ ਕਰਦੇ ਹਾਂ, ਅੱਜ ਦਾ ਜੋ ਟੌਪਿਕ ਹੈ ਉਸ ਦਾ ਨੇਮ ਹੈ ਬੱਚੇ ਆਰਟੀਫੀਸ਼ੀਅਲ ਇੰਟੈਲੀਜੈਂਸ। ਤੇ ਆਪਣੇ ਕੋਲ ਜਿਹੜੇ ਪੁਆਇੰਟਸ ਨੇ ਆਪਣੇ ਕੋਲ ਮੇਨ ਉਹ ਕੀ ਨੇਗੇ, ਜਿਵੇਂ A ਆਪਣੇ ਕੋਲ B ਵੀ ਹੈ, we have C, we have D, we have E or we have F or we have G, means we have total 7 paragraph ਤੇ ਆਪਣੇ ਕੋਲ ਕੁਐਸਚਨਸ ਵੀ 1 to 7 ਨੇ। 7 ਪੈਰਾਗ੍ਰਾਫ ਨੇ, ਕੁਐਸਚਨ ਵੀ 1 to 7 ਨੇ। ਪਰ ਮੈਂ ਤੁਹਾਨੂੰ ਇੱਕ ਬੜੇ ਤਰੀਕੇ ਨਾਲ ਕਲੀਅਰ ਗੱਲ ਦੱਸਦਾ, ਇਸ ਸਟੇਟਮੈਂਟ ਦੇ ਜਿਹੜੇ ਇਨਸਟਰਕਸ਼ਨ ਹੈ ਬੱਚੇ ਇਹ ਚ ਦੇਖੋ, ਇੱਕ ਵਾਰ ਦੇਖੋ ਧਿਆਨ ਨਾਲ। Reading passage 1 has a 7 paragraph A to G. Which paragraph contains the following information? Write the correct letter A to G in the box 1 to 7 on your answer sheet. ਬੱਚਿਆਂ ਨੂੰ ਇੱਕ ਸਭ ਤੋਂ ਵੱਡੀ ਪ੍ਰੋਬਲਮ ਇਹ ਆਈ ਕਿ ਇਹਦੇ ਇਨਸਟਰਕਸ਼ਨ ਦੇ ਵਿੱਚ ਇਹ ਮੈਂਸ਼ਨ ਨਹੀਂ ਸੀਗਾ ਕਿ you may use one letter twice। ਇਹਦੇ ਚ ਕੀ ਹੋਇਆ ਕਿ ਜਿਹੜੇ A ਤੋਂ ਲੈ ਕੇ G ਤੱਕ ਪੈਰਾਗ੍ਰਾਫ ਨੇ ਉਹਨਾਂ ਦੇ ਵਿੱਚ ਇੱਕ ਪੈਰਾਗ੍ਰਾਫ ਐਵੇਂ ਦਾ ਹੈ ਕਿ ਉਹ ਕੁਐਸਚਨ ਦੇ ਨਾਲ ਉਹਦੀ ਕੋਈ ਇਨਫੋਰਮੇਸ਼ਨ ਬਿਲਕੁਲ ਰਿਲੇਟ ਨਹੀਂ ਕਰਦੀ। ਪਰ ਬਹੁਤ ਬੱਚਿਆਂ ਨੇ ਕੀ ਕੀਤਾ, ਉਹਨੂੰ ਧੱਕੇ ਨਾਲ, ਕਿਉਂਕਿ ਆਪਸ਼ਨ ਹੀ ਨਹੀਂ ਸੀ ਕੋਈ ਤੇ ਉਹਨਾਂ ਨੂੰ ਇਹ ਨਹੀਂ ਪਤਾ ਸੀਗਾ ਕਿ ਇਹ ਜਿਹੜਾ ਆਨਸਰ ਹੈਗਾ ਉਹ ਐਕੂਰੇਟ ਨਹੀਂ ਹੈਗਾ ਤੇ ਉਹ ਬਹੁਤ ਬੱਚੇ ਉਸ ਆਨਸਰ ਨੂੰ ਗਲਤ ਕਰਕੇ ਆਏ। ਮੈਂ ਅੱਜ ਟਰਾਈ ਕਰੂੰਗਾ ਕਿ ਮੈਂ ਤੁਹਾਨੂੰ ਬੜੇ ਵਧੀਆ ਤਰੀਕੇ ਨਾਲ ਸਮਝਾਵਾਂ ਤੇ ਇਹ ਗੱਲ ਯਾਦ ਰੱਖਿਆ ਕਰੋ, ਜਦੋਂ ਤੁਸੀਂ ਇਨਫੋਰਮੇਸ਼ਨ ਨੂੰ ਮੈਚ ਕਰ ਦਿਓਗੇ ਤਾਂ ਕਈ ਵਾਰ ਨਹੀਂ ਵੀ ਲਿਖਿਆ ਹੁੰਦਾ ਕਿ ਯੂ ਮੇ ਯੂਜ਼ ਲੈਟਰ ਟਵਾਈਸ, ਪਰ ਟਰਾਈ ਕਰਿਆ ਕਰੋ ਕਿ ਤੁਸੀਂ ਐਕੂਰੇਟ ਆਨਸਰ ਨੂੰ ਲਾ ਕੇ ਆਏ ਹੋ ਜਾਂ ਨਹੀਂ ਲਾ ਕੇ ਆਏ। ਤੇ ਮੈਂ ਤੁਹਾਨੂੰ ਸਮਝਾਉਂਗਾ ਬੱਚੇ ਕਿ
ਜਿਹੜਾ ਆਨਸਰ ਬਹੁਤ ਸਾਰੇ ਬੱਚੇ ਬਾय ਮਿਸਟੇਕ ਲਾ ਕੇ ਆਏ ਤੇ ਮੈਂ ਇਹ ਵੀ ਸਮਝਾਉਂਗਾ ਕਿ ਉਹ ਆਨਸਰ ਨਹੀਂ ਸੀਗਾ। ਮਤਲਬ A ਤੋਂ ਲੈ ਕੇ G ਤੱਕ ਇੱਕ ਪੈਰਾਗ੍ਰਾਫ ਐਵੇਂ ਦੇਗਾ ਜਿਹ ਚ ਕੋਈ ਇਨਫੋਰਮੇਸ਼ਨ ਨਹੀਂ ਹੈਗੀ, ਪਰ ਫਿਰ ਵੀ ਕਿਤੇ ਨਾ ਕਿਤੇ ਬੱਚਿਆਂ ਨੂੰ ਇੱਕ ਦੋ ਵਰਡ ਤੋਂ ਲੱਗਦਾ ਹੈ ਕਿ ਸ਼ਾਇਦ ਇਹਦਾ ਆਨਸਰ ਇਹ ਹੋ ਸਕਦਾ ਹੈਗਾ। 1 to 7 ਦੇ ਵਿੱਚ ਕੀ ਹੋਏਗਾ ਕਿ ਕੋਈ ਵੀ ਕੁਐਸਚਨ ਦੇ ਵਿੱਚ ਇਹਦੇ ਅਲਫਾਬੈਟ ਹੈ ਜਿਹੜੇ ਉਹ ਟਵਾਈਸ ਆਣਗੇ, ਪੈਰਾਗ੍ਰਾਫ ਨੇ ਜਿਹੜੇ ਉਹ ਦੋ ਜਗ੍ਹਾ ਤੇ ਆਏਗਾ ਆਨਸਰ, ਮਤਲਬ ਕਿ ਸ਼ਾਇਦ ਕਿਸੇ ਮਤਲਬ ਕਿ ਸ਼ਾਇਦ 1 ਤੇ 2 ਦਾ ਆਨਸਰ ਡਬਲ ਐਫ ਵੀ ਹੋ ਸਕਦਾ ਹੈਗਾ, ਜਾਂ 2 ਤੇ 3 ਦਾ ਆਨਸਰ ਵੀ ਡਬਲ ਐਫ ਹੋ ਸਕਦਾ ਹੈ, 4 to 5 ਦਾ ਵੀ, ਮਤਲਬ ਕਿਸੇ ਇੱਕ, ਇਹ ਗੱਲ ਯਾਦ ਰੱਖਿਓ, ਕੋਈ ਦੋ ਆਨਸਰਸ ਦੇ ਸੇਮ ਪੈਰਾਗ੍ਰਾਫ ਆਨਸਰ ਹੋਏਗਾ ਤੇ ਇੱਕ ਜਿਹੜਾ ਪੈਰਾਗ੍ਰਾਫ ਹੋਏਗਾ ਉਹ ਬਿਲਕੁਲ ਬਾय ਮਿਸਟੇਕ ਨਹੀਂ, ਆਪਾਂ ਨੂੰ ਉਲਝਾਉਣ ਦੇ ਲਈ ਦਿੱਤਾ ਗਿਆ, ਮਿਸਟੇਕ ਨਹੀਂ ਸੌਰੀ ਮੈਥੋਂ ਵਰਡ ਬੋਲਿਆ ਗਿਆ, ਆਪਾਂ ਨੂੰ ਉਲਝਾਉਣ ਦੇ ਲਈ ਦਿੱਤਾ ਹੋਇਆ ਹੈ। ਤੇ ਮੈਂ ਟਰਾਈ ਕਰਦਾ ਕਿ ਤੁਹਾਨੂੰ ਬਹੁਤ ਵਧੀਆ ਤਰੀਕੇ ਨਾਲ ਸਮਝਾਵਾਂ ਕਿ ਆਪਾਂ ਐਗਜ਼ਾਮ ਕਿਵੇਂ ਕਰੈਕ ਕਰਨਾ ਹੈ, ਤੇ ਜੋ ਰੀਡਿੰਗ ਹੈ ਇਹ ਐਗਜ਼ਾਮ ਲੈਵਲ ਦੀ ਹੈ, ਇਸ ਤੋਂ ਟਫ ਰੀਡਿੰਗ ਤੁਹਾਨੂੰ ਐਗਜ਼ਾਮ 'ਚ ਨਹੀਂ ਆਏਗੀ। ਸੋ ਆਪਾਂ ਸ਼ੁਰੂ ਕਰਦੇ ਹਾਂ, ਟਾਈਮ ਵੇਸਟ ਨਹੀਂ ਕਰਦੇ। ਪੈਰਾਗ੍ਰਾਫ ਇਹ ਹੈ ਬੱਚੇ, ਇਹ ਕਹਿੰਦਾ ਹੈਗਾ ਡਿਊਰਿੰਗ ਜੁਲਾਈ 2003 2003 ਜੁਲਾਈ ਦੀ ਗੱਲ ਕਰ ਰਿਹਾ ਹੈ, ਮਿਊਜ਼ੀਅਮ ਆਫ ਸਾਇੰਸ ਇਨ ਕੈਂਬਰਿਜ ਮੈਸੇਚਿਉਸੇਟਸ ਐਗਜ਼ਿਬਿਟਡ what Honda calls the world's most advanced humanoid robot ASIMO। ਇਹਦੀ ਫੁੱਲ ਫਾਰਮ ਹੈ ਐਡਵਾਂਸਡ ਸਟੈਪ ਇਨ ਇਨੋਵੇਟਿਵ ਮੋਬਿਲਿਟੀ। ਇਹਨਾਂ ਨੇ ਇੱਕ ਰੋਬੋਟ ਸੀਗਾ ਉਹਨੂੰ ਰੈਡੀ ਕੀਤਾ, ਲਗਭਗ 2003 ਦੇ ਟਾਈਮ ਸੀਗਾ, ਇੱਕ ਰੋਬੋਟ ਉਹਦਾ ਨਾਮ ਹੈਗਾ ਐਜ਼ੀਮੋ ਹੈ, ਉਸ ਨੂੰ ਇਸ ਟਾਈਮ ਇਹ ਮਾਰਕੀਟ ਦੇ ਵਿੱਚ ਲੈ ਕੇ ਆਏ। ਡੈਫੀਨਿਟਲੀ Honda's brainchild in on tour in North America and delighting audience whatever it goes after 17 years in the making ASIMO। मतलब अपन ये भी मेन चीज मिल गई कि ਜਿਹੜਾ ASIMO ਹੈਗਾ ਇਹਨੂੰ ਬਣਾਉਣ ਦੇ ਲਈ 17 ਸਾਲ ਲੱਗੇ ਨੇ, 17 ਈਅਰ ਲੱਗੇ ਨੇ। stands at 4 feet tall, ਜਿਹੜੀ ਦੀ ਹਾਈਟ ਹੈ ਉਹ 4 ਫੁੱਟ ਉੱਚਾ ਹੈ। weight ਇਹਦਾ ਅਰਾਊਂਡ ਲਗਭਗ 115 ਪਾਉਂਡਸ ਹੈ, 115 ਪਾਉਂਡਸ ਹੈ। ਬੌਬ ਲਾਈਕ ਅ ਚਾਈਲਡ ਇਨ ਐਸਟਰੋਨੌਟ ਸੂਟ, ਜਿਹੜਾ ਐਸਟਰੋਨੌਟ ਵਰਡ ਹੈ ਬੱਚੇ ਇਹ ਹੁੰਦਾ ਜਿਵੇਂ ਆਪਣੇ ਅੰਤਰਿਕਸ਼ 'ਚ ਜਿਹੜੇ ਉਹ ਜਾਂਦੇ ਆਪਣੇ ਪੁਲਾੜ 'ਚ ਜਾਂਦੇ ਆ ਨਾ, ਉਹਨਾਂ ਨੇ ਜਿਹੜਾ ਸੂਟ ਪਾਇਆ ਹੁੰਦਾ ਉਹ ਵਾਈਟ ਜਾਂ ਫੇਸ ਕਵਰ ਹੁੰਦਾ ਪ੍ਰੋਪਰ, ਉਸ ਤਰੀਕੇ ਨਾਲ। ਮਤਲਬ ਇਹ ਕਹਿ ਰਿਹਾ ਹੈਗਾ ਇੱਕ ਰੋਬੋਟ ਨੂੰ ਇੰਟਰੋਡਿਊਸ ਕੀਤਾ ਗਿਆ, 17 ਈਅਰ ਉਹਦੇ ਉੱਤੇ ਮਿਹਨਤ ਕੀਤੀ ਗਈ, ਉਹਦੀ ਜਿਹੜੀ ਹਾਈਟ ਸੀਗੀ ਉਹ 4 ਫਿਟ ਸੀਗੀ, ਜਿਹੜਾ ਉਹਦਾ weight ਸੀਗਾ ਉਹ 115 ਪਾਉਂਡ ਸੀਗਾ, ਤੇ ਉਹ ਬੱਚੇ ਦੀ ਸ਼ੇਪ 'ਚ ਸੀਗਾ, ਤੇ ਉਹਦੇ ਜਿਹੜੇ ਕੱਪੜੇ ਸੀਗੇ ਉਹ ਇੱਕ ਐਸਟਰੋਨੌਟ ਸੂਟ ਸੀਗਾ। ਦੋ ਇਟ ਇਜ਼ ਡਿਫਿਕਲਟ ਟੂ ਸੀ ਐਜ਼ੀਮੋਸ ਫੇਸ, ਐਜ਼ੀਮੋ ਦਾ ਫੇਸ ਨਹੀਂ ਦਿਖਦਾ ਸੀਗਾ ਐਟ ਅ ਡਿਸਟੈਂਸ, ਦੂਰੋਂ ਆਪਾਂ ਉਹਦਾ ਫੇਸ ਨਹੀਂ ਦੇਖ ਸਕਦੇ ਸੀ। ਔਨ ਕਲੋਜ਼ਰ ਇਨਸਪੈਕਸ਼ਨ, ਜੇ ਆਪਾਂ ਨੂੰ ਨੇੜੋਂ ਦੇਖਦੇ ਸੀਗੇ, ਇਟ ਹੈਜ਼ ਅ ਸਮਾਈਲ ਐਂਡ ਟੂ ਲਾਰਜ ਆਈਜ਼, ਮਤਲਬ ਕਿ ਜੇ ਆਪਾਂ ਉਹਦੇ ਫੇਸ ਨੂੰ ਨੇੜੋਂ ਦੇਖਦੇ ਸੀਗੇ ਉੱਥੇ ਇੱਕ ਸਮਾਈਲ ਸੀਗੀ ਤੇ ਉਹਦੀਆਂ 2 ਲਾਰਜ ਆਈਜ਼ ਸੀਗੀਆਂ ਦੈਟ ਕੰਸੀਲ ਕੈਮਰਾਸ, ਮਤਲਬ ਕਿ ਉਹਦੀਆਂ ਅੱਖਾਂ, ਰੋਬੋਟ ਸੀਗਾ ਕੈਮਰਾ, ਉਹਦੀਆਂ ਅੱਖਾਂ ਸੀਗੀਆਂ ਜਿਹੜੀਆਂ ਉਹ ਕੈਮਰਾ ਸੀਗਾ। The robot cannot work autonomously, autonomously ਹੁੰਦਾ ਹੈ ਆਟੋਮੈਟਿਕ, ਜਿਹੜਾ ਰੋਬੋਟ ਸੀਗਾ ਉਹ ਆਪਣੇ ਆਪ ਕੰਮ ਨਹੀਂ ਕਰ ਸਕਦਾ ਸੀਗਾ। ਇਟਸ ਐਕਸ਼ਨ ਆਰ ਰਿਮੋਟ ਕੰਟਰੋਲਡ, ਜਿਹੜੇ ਦੇ ਐਕਸ਼ਨ ਸੀ ਉਹ ਰਿਮੋਟ ਕੰਟਰੋਲ ਸੀਗੇ ਬਾय ਸਾਇੰਟਿਸਟ ਥਰੂ ਦਾ ਕੰਪਿਊਟਰ ਇਨ ਇਟਸ ਬੈਕਪੈਕ, ਇਹਦੇ ਜਿਹੜੇ ਬੈਕਪੈਕ ਸੀ ਉਹ 'ਚ ਇੱਕ ਕੰਪਿਊਟਰ ਸਿਸਟਮ ਇਹਦੇ ਫਿੱਟ ਸੀਗਾ। Yet watching Asimo perform at a show Massachusetts, it seemed uncannily human। ਲਗਭਗ ਕੀ ਸੀਗਾ, ਕੋਈ ਬੰਦਾ ਇਹ ਨਹੀਂ ਕਹਿ ਸਕਦਾ ਸੀ ਕਿ ਇਹ ਬੰਦਿਆਂ ਵਰਗਾ ਨਹੀਂ ਹੈਗਾ, ਇਹ ਪ੍ਰੋਪਰ ਹਿਊਮਨ ਵਰਗਾ ਲੱਗਦਾ ਸੀ। The audience cheered as Asimo, ਜਿਹੜਾ ਚੀਅਰ ਹੁੰਦਾ ਕਲੈਪ ਕਰਨਾ, ਆਡੀਅנס ਨੇ ਚੀਅਰ ਕੀਤਾ ਕਿ ਜਿਹੜਾ ਐਸੀਮੋ ਸੀ ਉਹ ਕੀ ਕੰਮ ਕਰਦਾ ਸੀ। walked forward and backward, ਉਹ ਅੱਗੇ ਵੀ ਜਾ ਸਕਦਾ ਸੀਗਾ ਤੇ ਉਹ ਪਿੱਛੇ ਵੀ ਜਾ ਸਕਦਾ ਸੀ। side to side and up to down stairs, ਸਾਈਡਾਂ ਤੇ ਵੀ ਹੋ ਸਕਦਾ ਸੀ, ਅਪ ਟੂ ਡਾਊਨ ਸਟੇਅਰਸ ਵੀ ਹੋ ਸਕਦਾ ਸੀ। ਇਟ ਕੈਨ ਈਵਨ ਡੈਂਸ ਟੂ ਦਾ ਹਵਾਈ ਹੁਲਾ, ਉਹਨਾਂ ਦਾ ਕੋਈ ਕਸਟਮ 'ਚ ਕੋਈ ਹੋਣਾ, ਕੋਈ ਇਹਦੀ ਕਾਈਂਡ ਹੋਣੀ, ਹਵਾਈਨ ਹੁਲਾ ਇੱਕ ਡੈਂਸ ਹੈਗਾ। ਉਹ ਕਹਿੰਦਾ ਪ੍ਰੋਪਰ ਦੇਖੋ ਇੱਕ ਪੈਰਾ ਕੀ ਕਹਿਣਾ ਚਾਹ ਰਿਹਾ, 2003 ਦੇ ਵਿੱਚ ਇੱਕ ਰੋਬੋਟ ਸੀਗਾ ਉਹਦਾ ਨਾਮ ਐਸੀਮੋ, 17 ਸਾਲ ਦੀ ਮਿਹਨਤ ਤੋਂ ਬਾਅਦ ਉਹ 4 ਫੁੱਟ ਉੱਚਾ, weight ਬੱਚਿਆਂ ਵਰਗਾ ਬਣਾਇਆ ਗਿਆ। ਉਹਦੀ ਮੇਨ ਖਾਸੀਅਤ ਇਹ ਸੀਗੀ ਕਿ ਉਹ ਅੱਗੇ ਪਿੱਛੇ ਵੀ ਜਾ ਸਕਦਾ ਸੀਗਾ, ਸਾਈਡਾਂ ਤੇ ਵੀ ਜਾ ਸਕਦਾ ਸੀਗਾ, ਪੌੜੀਆਂ ਉੱਪਰ ਨੀਚੇ ਵੀ ਚੜ ਸਕਦਾ ਸੀਗਾ, ਈਵਨ ਉਹ ਤਾਂ ਡੈਂਸ ਵੀ ਕਰ ਸਕਦਾ ਸੀਗਾ। ਦੈਟਸ ਇਟ। ਆਜੋ ਆਪਾਂ ਫਾਈਂਡ ਕਰਦੇ ਹਾਂ, ਇਹ ਵੀ ਦੇਖਾਂਗੇ ਕਿਤੇ ਇਹ ਨਾ ਹੋਵੇ ਕਿ ਇਹ ਪੈਰਾ ਆਪਾਂ ਨੂੰ ਬਾਈ ਮਤਲਬ ਕਿ ਉਹਨਾਂ ਨੇ ਕੀ ਕੀਤਾ ਹੋਵੇ, ਜਾਣ ਕੇ ਆਪਾਂ ਨੂੰ ਦਿੱਤਾ ਹੋਵੇ ਉਲਝਾਉਣ ਦੇ ਲਈ, ਸ਼ਾਇਦ ਇਹਦਾ ਕੋਈ ਆਨਸਰ ਨਾ ਹੋਵੇ, ਪਰ ਟਰਾਈ ਕਰਦੇ ਹਾਂ ਕਿ ਆਪਾਂ ਨੂੰ ਐਕੂਰੇਟ ਜਿਹੜਾ ਆਨਸਰ ਹੈ ਉਹ ਮਿਲੇ। ਚਲੋ ਆਪਾਂ ਇਦਾਂ ਕਰਦੇ ਹਾਂ, ਨੀਚੇ ਤੋਂ ਪੜ੍ਹਨਾ ਸ਼ੁਰੂ ਕਰਦੇ ਹਾਂ। people feel humanity may be replaced by robot, ਕੋਈ ਟਾਕ ਨਹੀਂ ਕਰੀ ਐਵੇਂ ਦੀ ਕਿ ਲੋਕਾਂ ਨੂੰ ਫੀਲ ਹੋਵੇ ਜਿਹੜੀ ਇਨਸਾਨੀਅਤ ਹੈ ਉਹ ਰੋਬੋਟ ਦੇ ਦੁਆਰਾ ਰੀਪਲੇਸ ਹੋਗੀ।
a reference to the first use of word robot, कोई word first time robot use करा होवे नहीं, एवें दा कुछ नहीं कीता. A criticism of the negative effect of a humanoid robot on the society, कि किते ये ना होया होवे कि negative effect की पैंदा society ते नहीं. Comparison between two different type of robot, कोई comparison नहीं कीता. A robot that was modeled on an adult, कि एक robot बनाया गया होवे adult वर्गा, no. How robot is used in artistic work, ਬੱਚੇ ਇੱਕ ਵਾਰ ਸ਼ਾਇਦ ਮੈਂ ਤੁਹਾਨੂੰ ਸ਼ਾਇਦ ਕਿਹਾ, ਮੈਂ ਪੱਕਾ 100% ਸ਼ੋਰ ਹੁੰਨਾ ਦਾ ਜਿਹੜਾ ਐਕੂਰੇਟ ਇਹਦਾ ਆਨਸਰ ਬਣ ਗਿਆ ਉਹ ਕੀ ਹੈਗਾ, how robot is used in artistic work. ਆਪਾਂ ਨੂੰ ਉੱਥੇ ਇੱਕ ਲਾਈਨ 'ਚ ਦਿੱਤਾ ਸੀਗਾ ਕਿ ਉਹ ਡਾਂਸ ਵੀ ਕਰ ਸਕਦਾ ਸੀਗਾ, ਤੇ ਡਾਂਸ ਕਿਹਦੇ ਨਾਲ ਜੁੜਿਆ ਹੁੰਦਾ ਹੈ, ਆਰਟ ਨਾਲ ਜੁੜਿਆ ਹੁੰਦਾ ਹੈ, ਤਾਂ ਡੈਫੀਨੇਟਲੀ ਹਾਊ ਰੋਬੋਟ ਇਜ਼ ਯੂਜ਼ਡ ਇਨ ਆਰਟਿਸਟਿਕ ਵਰਕ ਹੈ ਜਿਹੜਾ ਸੈਕਿੰਡ ਹੈਗਾ, ਉਹਦਾ ਜਿਹੜਾ ਆਪਾਂ ਨੂੰ ਆਨਸਰ ਮਿਲੇਗਾ ਉਹ ਏ ਆਨਸਰ ਹੈ. ਇਹ ਪੈਰਾਗ੍ਰਾਫ ਹੈ ਜਿਹੜਾ ਬੱਚੇ ਉਹ ਇਹਦਾ ਐਕੂਰੇਟ ਆਨਸਰ ਹੈਗਾ. ਆਪਾਂ ਨੂੰ ਲਾਸਟ ਆਪਾਂ ਨੂੰ ਮੈਂਸ਼ਨ ਕਰਿਆ ਸੀਗਾ ਫਾਰਵਰਡ, ਬੈਕਵਰਡ, ਅਪ ਡਾਊਨ, ਹਨਾ, ਜਾਂ ਸਾਈਡ ਬਾਈ ਸਾਈਡ, ਤੇ ਈਵਨ ਇਹ ਡਾਂਸ ਵੀ ਕਰ ਸਕਦਾ ਹੈ. ਹਵਾਈਨ ਹੁਲਾ ਇੱਕ ਉਹਨਾਂ ਦੀ ਕਾਈਂਡ ਸੀ, ਤੇ ਇੱਥੇ ਦਿੱਤਾ ਹੋਇਆ ਹਾਊ ਰੋਬੋਟ ਇਜ਼ ਯੂਜ਼ਡ ਇਨ ਆਰਟਿਸਟਿਕ ਵਰਕ, ਕਿ ਰੋਬੋਟ ਕਿਵੇਂ ਆਰਟਿਸਟਿਕ ਵਰਕ ਦੇ ਵਿੱਚ ਯੂਜ਼ ਹੁੰਦਾ ਹੈ. ਤਾਂ ਇਹਦਾ ਸੈਕਿੰਡ ਦਾ ਆਨਸਰ ਜਿਹੜਾ ਆਪਾਂ ਨੇ ਇਹ ਮੈਂਸ਼ਨ ਕਰਤਾ. ਮੈਂ ਉਮੀਦ ਕਰੂੰਗਾ ਤੁਹਾਨੂੰ ਬੜੇ ਵਧੀਆ ਤਰੀਕੇ ਨਾਲ ਪਤਾ ਲੱਗਿਆ ਹੋਣਾ, ਤੇ ਟਰਾਈ ਕਰੋ ਕਿ ਤੁਸੀਂ ਇਹਨੂੰ ਬਹੁਤ ਅੱਛੇ ਤਰੀਕੇ ਨਾਲ ਸਮਝੋ. ਚਲੋ ਪੈਰਾਗ੍ਰਾਫ ਆਪਾਂ B ਦੇਖਦੇ ਹਾਂ, ਤੇ ਆਪਾਂ ਇੱਕ ਕੰਮ ਕਰਦੇ ਹਾਂ, ਇਹਦਾ ਕਲਰ ਹੈ ਜਿਹੜਾ ਚੇਂਜ ਕਰ ਲੈਣੇ ਆ. ਆਪਾਂ ਹਰ ਇੱਕ ਸਟੈਂਜਰ ਦੇ ਉੱਤੇ ਇਹਦਾ ਕਲਰ ਚੇਂਜ ਕਰਾਂਗੇ ਤੇ ਆਪਾਂ ਨੂੰ ਪਤਾ ਲੱਗ ਜਾਏਗਾ ਕਿ ਆਪਾਂ ਕਿਹੜੇ ਦਾ ਆਨਸਰ ਕੀ ਲਿਖ ਰਹੇ ਹਾਂਗੇ. ਸੋ ਦੈਟਸ ਫਾਈਨ, ਇਹ ਅੱਛਾ ਹੈ. While the Japanese have made huge strides in solving some of the engineering problem of humanoids and bipedal movements for the past 10 years, the scientists at MIT former artificial intelligence ਦੀ short form है AI lab, recently the computer science artificial जो भी है, have been making robots, ये robots बनाਉਂਦੇ ਸੀਗੇ that can behave like human, ਜਿਹੜੇ human ਵਰਗਾ behave ਕਰਦੇ ਸੀਗੇ and interact with humans. One of MIT robot किस्मत, एक robot है किस्मत है ਉਹਦਾ ਨਾਮ, is an anthropomorphic head and has two eyes, ਉਹਦੀਆਂ ਦੋ ਅੱਖਾਂ ਨੇ, ਇੱਕ head ਹੈ, ear ਹੈ, mouth ਹੈ, eyebrow ਹੈ. It has several facial expressions. ਜਿਹੜਾ ਕਿਸਮਤ ਰੋਬੋਟ ਹੈ ਨਾ, ਕਿਸਮਤ ਨਾਮ ਦਿੱਤਾ ਹੋਇਆ ਹੈ, ਉਹਦੇ ਆਪਾਂ ਨੂੰ ਫਿਜ਼ੀਕ ਸਾਰੀ ਦੱਸਦੀ, ਤੇ ਇਹ ਵੀ ਦੱਸਦਾ ਕਿ ਉਹਦੇ ਫੇਸ਼ੀਅਲ ਐਕਸਪ੍ਰੈਸ਼ਨਸ ਵੀ ਨੇ, including happy, sad, frightened and disgusted. ਉਹਨੂੰ ਸ਼ਰਮ ਵੀ ਆਉਂਦੀ ਹੈ, ਡਰ ਵੀ ਲੱਗਦਾ ਹੈ, ਗੁੱਸਾ ਵੀ ਆਉਂਦਾ, ਸਭ ਕੁਝ ਹੁੰਦਾ ਹੈਗਾ. Human interlocutor are able to read some of the robot facial expressions and often change their behavior towards the machine as a result. For example, playing with it when it appeared sad. ਜਦੋਂ ਇਹ ਦੁਖੀ ਹੁੰਦਾ ਸੀਗਾ ਇਹ ਨਾਲ ਖੇਡ ਵੀ ਸਕਦੇ ਸੀਗੇ. ਆਪਣੇ ਚੋਂ ਬਹੁਤ ਬੱਚੇ ਨੇ ਰੋਬੋਟ ਮੂਵੀ ਦੇਖੀ ਹੋਣੀ ਆ, ਤੇ ਉਹ 'ਚ ਵੀ ਬਿਲਕੁਲ ਉਹ ਚਿੱਟੀ ਸੇਮ ਸੀਗਾ. ਤੇ ਇੱਕ ਗੱਲ ਬੜੀ ਕਲੀਅਰ ਦੱਸਦਾ, ਸ਼ਾਇਦ ਬਹੁਤ ਲੋਕਾਂ ਨੇ ਇਮੇਜਿਨੇਸ਼ਨ ਇਹ ਹੋਈ ਹੈ ਕਿ ਰੋਬੋਟ ਨਾ ਉਹ ਹੁੰਦੇ ਜਿਹੜੇ ਬਿਲਕੁਲ ਐਵੇਂ ਚੱਲਦੇ ਆ, ਐਵੇਂ ਦਾ ਕੁਝ ਨਹੀਂ. ਕੋਈ ਵੀ ਮਸ਼ੀਨ ਜਿਹੜੀ ਇੱਕ ਬੰਦੇ ਦਾ ਕੰਮ ਨੂੰ ਆਸਾਨ ਕਰੇ ਉਹ ਰੋਬੋਟ ਹੈ. ਰੈਫਰੀਜਰੇਟਰ ਵੀ ਰੋਬੋਟ ਹੈ, ਮੋਬਾਈਲ ਵੀ ਇੱਕ ਰੋਬੋਟ ਹੈ, ਆਪਣੀ ਕੋਈ ਵੀ ਮਸ਼ੀਨ ਉਹ ਰੋਬੋਟ ਹੈ. Kismet is now MIT museum, but the idea developed here to continue to be explored in new robots. ਇਹ 'ਚ ਕੀ ਕੀਤਾ ਹੈਗਾ, ਕਿਸਮਤ ਰੋਬੋਟ ਦੀ ਗੱਲ ਕਰੀ ਹੈ, ਉਹਦੀ ਅਪੀਅਰੈਂਸ ਦੱਸੀ ਹੈਗੀ, ਦੈਟਸ ਇਟ. ਇਸ ਤੋਂ ਬਾਅਦ ਉਹਨਾਂ ਨੇ ਕੁਝ ਨਹੀਂ ਦੱਸਿਆ ਕਿਸਮਤ ਰੋਬੋਟ ਬਾਰੇ ਕਿ ਉਹ ਦਿਖਦਾ ਕਿਵੇਂ ਸੀ, ਲਗਭਗ ਇਹੋ ਜਿਹਾ ਕੁਝ. ਚਲੋ ਆਪਾਂ ਮੈਚ ਕਰਦੇ ਹਾਂ, ਦੇਖੀਏ ਮੈਚ ਹੁੰਦਾ ਵੀ ਹੈ ਜਾਂ ਨਹੀਂ ਹੁੰਦਾ. people feel humanity, ਇਹਦਾ ਕੋਈ ਟਾਕ ਹੀ ਨਹੀਂ. ਰੈਫਰੈਂਸ ਫਸਟ ਵਰਡ ਰੋਬੋਟ, ਇਹ ਵੀ ਕੋਈ ਟਾਕ ਨਹੀਂ. ਕ੍ਰਿਟਿਸਿਜ਼ਮ ਨਹੀਂ, ਨੈਗੇਟਿਵ ਸੋਸਾਇਟੀ ਤੇ ਕੋਈ ਨਹੀਂ ਪਿਆ. ਕੰਪੈਰੀਜ਼ਨ ਕੋਈ ਟੂ ਰੋਬੋਟ ਦਾ ਨਹੀਂ, ਉਸ ਤਾਂ ਇੱਕ ਕਿਸਮਤ ਦੀ ਗੱਲ ਕਰੀ ਸੀ. ਰੋਬੋਟ that was modeled on an adult. no. ਮੇਰੇ ਬਹੁਤ ਬੱਚੇ ਮੈਨੂੰ ਦੱਸ ਕੇ ਆਏ ਨੇ ਕਿ ਸਰ ਉਹ ਕੀ ਕਰਕੇ ਆਏ ਨੇ, ਥਰਡ ਦਾ ਆਨਸਰ ਬੀ ਲਿਖ ਕੇ ਆਏ ਨੇ, ਪਰ ਬੱਚੇ ਇਹ ਬਿਲਕੁਲ ਰੋਂਗ ਸੀਗਾ ਕਿਉਂਕਿ ਉੱਪਰਲੇ ਨਾਲ ਤਾਂ ਮੈਚ ਹੀ ਨਹੀਂ ਕਰਦਾ. ਤੇ ਤੁਹਾਨੂੰ ਸਮਝਾਉਣਾ ਇਹ ਰੋਂਗ ਕਿਉਂ ਸੀ. ਉਹ 'ਚ ਰੋਬੋਟ ਦੀ ਗੱਲ ਕਰੀ, ਬਿਲਕੁਲ ਕਰੀ, ਸਹੀ ਕਰੀ. ਮਾਡਲਡ ਦੀ ਗੱਲ ਕਰੀ, ਬਿਲਕੁਲ ਕਰੀ ਕਿ ਉਹਨਾਂ ਨੇ ਦੱਸਿਆ ਉਹਦੀ ਫਿਜ਼ੀਕ ਕੀ ਹੈ. ਅਡਲਟ ਦੀ ਗੱਲ ਕਿੱਥੇ ਕਰੀ, ਤੁਸੀਂ ਸਾਰਾ ਪੈਰਾ ਦੁਬਾਰੇ 'ਚ ਵੀਡੀਓ ਦੇਖ ਲਓ, ਕਿਤੇ ਵੀ ਅਡਲਟ ਦੀ ਟਾਕ ਨਹੀਂ ਹੋਈ. ਤਾਂ 110% ਜਿਹੜੇ ਬੱਚੇ ਕੀ ਕਰਕੇ ਆਏ ਨੇ ਉਹ ਥਰਡ ਦਾ ਆਨਸਰ ਬੀ ਲਿਖ ਕੇ ਆਏ, ਤੇ ਉਹ ਬਿਲਕੁਲ ਗਲਤ ਸੀਗਾ. ਸੋ ਰੀਜ਼ਨ ਇਹ ਹੋ ਗਿਆ ਬੀ ਪੈਰਾਗ੍ਰਾਫ ਕਿਸੇ ਨਾਲ ਮੈਚ ਹੀ ਨਹੀਂ ਕਰਦਾ.
ਆਪਾਂ ਨੂੰ ਜਾਣ ਕੇ ਬੇਵਕੂਫ ਬਣਾਉਣ ਦੇ ਲਈ ਇੱਕ ਪੈਰਾਗ੍ਰਾਫ ਨੂੰ ਇਸ ਤਰੀਕੇ ਨਾਲ ਬਣਾਇਆ ਗਿਆ ਤੇ ਬਹੁਤ ਸਾਰੇ ਬੱਚੇ ਕੀ ਕਰ ਗਿਆ ਏ, ਉਹ ਗਲਤ ਲਿਖਿਆ। ਜਿਹੜੇ ਆਈਡੀਪੀ ਦੇ ਬ੍ਰਿਟਿਸ਼ ਦੇ ਐਗਜ਼ਾਮ ਹੁੰਦੇ ਨੇ ਬੜੇ ਟ੍ਰਿਕੀ ਐਗਜ਼ਾਮ ਹੁੰਦੇ ਨੇ, ਲੋਕੇਸ਼ਨਸ ਮਿਲ ਜਾਂਦੀਆਂ ਨੇ, ਸਭ ਕੁਝ ਮਿਲ ਜਾਂਦਾ ਹੈ, ਰੋਬੋਟ ਮਿਲ ਗਿਆ, ਮਾਡਲਡ ਮਿਲ ਗਿਆ, ਪਰ ਅਡਲਟ ਨਹੀਂ ਮਿਲਿਆ। ਤਾਂ ਇਸ ਕਰਕੇ ਜਿਹੜਾ ਬੀ ਪੈਰਾਗ੍ਰਾਫ ਹੈ ਉਹ ਕਿਸੇ ਦਾ ਆਨਸਰ ਹੈ ਹੀ ਨਹੀਂ। ਹੁਣ ਮੇਨ ਪ੍ਰੋਬਲਮ ਇਹ ਆ ਗਈ ਕਿ ਆਪਣੇ ਕੋਲੇ ਪੈਰਾਗ੍ਰਾਫ ਨੇ ਜਿਹੜੇ ਉਹ ਘਟ ਗਏ ਤੇ ਜਿਹੜੇ ਇਧਰ ਨੇ ਕੁਐਸਚਨ ਇਹ ਵੱਧ ਗਏ। ਤਾਂ ਹੁਣ ਇਹ ਗੱਲ ਯਾਦ ਰੱਖਿਓ, ਕੋਈ ਦੋ ਮਤਲਬ ਕਿ ਦੋ ਆਨਸਰ ਹੋਣਗੇ ਇਹਨਾਂ ਚੋਂ, ਕਿਸੇ ਵੀ ABCD ਚੋਂ ਕਿਸੇ ਦੇ ਵੀ 2 ਆਨਸਰਸ ਆਪਾਂ ਨੂੰ ਮਿਲਣਗੇ। ਤੇ ਅੱਗੇ ਜਦੋਂ ਮੈਂ ਇਹ ਵੀ ਗੱਲ ਸੁਣ ਲਓ, ਜੇ ਕਿਸੇ ਬੱਚੇ ਨੂੰ ਹੁਣ ਮੈਂ ਪੜਾਉਂਦੇ ਥਰਡ ਆਨਸਰ ਲੱਗਿਆ ਨਾ, ਥਰਡ ਕਿਸੇ ਹੋਰ ਦਾ ਆਨਸਰ ਹੈ, ਜਦੋਂ ਮੈਂ ਪ੍ਰੋਪਰ ਤਰੀਕੇ ਨਾਲ ਪੜਾਉਂਗਾ ਤਾਂ ਪਤਾ ਲੱਗ ਜਾਏਗਾ ਕਿ ਹਾਂ ਸਰ ਐਕੂਰੇਟ ਤਾਂ ਇਹ ਹੈ। ਤੇ ਜਿਹੜੀਆਂ ਮਿਸਟੇਕਸ ਪਹਿਲਾਂ ਬੱਚੇ ਕਰਿਆ ਏ, ਮੈਂ ਨਹੀਂ ਚਾਹੁੰਦਾ ਕਿ ਆਉਣ ਵਾਲੇ ਜਿਹੜੇ ਬੱਚੇ ਐਗਜ਼ਾਮ ਦੇ ਕੇ ਆਉਣਗੇ ਉਹ ਮਿਸਟੇਕਸ ਨੂੰ ਕਰਨ। ਪੈਰਾਗ੍ਰਾਫ ਆਪਾਂ ਸੀ ਰੀਡ ਕਰਦੇ ਹਾਂ, ਇਹਨੂੰ ਆਪਾਂ ਕਲਰ ਸਮਥਿੰਗ ਵੀ ਕੈਨ ਚੇਂਜ, ਇੰਟਰਸਟਿੰਗ ਬਣ ਜਾਏਗਾ। ਉਮੀਦ ਹੈ ਰੀਡਿੰਗ ਨੂੰ ਇੰਟਰਸਟਿੰਗ ਬਣਾਓ। ਆਪਣੇ ਟ੍ਰੇਨਰ ਜਿਹੜਾ ਵੀ ਤੁਹਾਨੂੰ ਪੜਾਉਂਦਾ ਹੈਗਾ ਬਹੁਤ ਵਧੀਆ ਪੜਾਉਂਦਾ ਹੈ। ਬਸ ਇੱਕ ਗੱਲ ਯਾਦ ਰੱਖੋ ਕਿ ਤੁਹਾਨੂੰ ਆਪ ਨੇ ਵੀ ਮਿਹਨਤ ਕਰਨੀ ਹੈ, ਇਕੱਲੇ ਟ੍ਰੇਨਰ ਦੇ ਸਿਰ ਤੇ ਨਹੀਂ ਬੈਠਣਾ, ਇਕੱਲਾ ਮੇਰੇ ਸਿਰ ਤੇ ਨਹੀਂ ਜਾਂ ਕੋਈ ਹੋਰ ਪੜਾਉਂਦਾ ਹੈ। ਜਦੋਂ ਤੱਕ ਤੁਸੀਂ ਆਪ ਨਹੀਂ ਮਿਹਨਤ ਕਰਦੇ ਤਾਂ ਕੋਈ ਤੁਹਾਨੂੰ ਪੜਾ ਨਹੀਂ ਸਕਦਾ। ਸੋ ਦਿਲੋਂ ਪੜੋ, ਆਪਣਾ ਰਿਜ਼ਲਟ ਲੈ ਕੇ ਆਓ। ਚਲੋ ਪੜ੍ਹਦੇ ਹਾਂ ਸੀ। COG, short form of cognition, ठीक है, is another pioneering project from the MIT former AI lab. COG has head, eyes, 2 arms, hands and torso. ਇੱਕ ਰੋਬੋਟ ਹੈ, ਪਹਿਲਾਂ ਉੱਪਰ ਕਿਸਮਤ ਦੀ ਗੱਲ ਕਰੀ ਸੀ, ਹੁਣ ਜਿਹੜਾ ਰੋਬੋਟ ਹੈ ਉਹ COG ਹੈ। ਉਹ ਚ ਕੀ ਕੀ ਚੀਜ਼ਾਂ ਨੇ, ਉਹਦੇ ਹੈਡ ਵੀ ਹੈ, ਆਈਜ਼ ਵੀ ਨੇ, 2 ਆਰਮਸ ਵੀ ਨੇ, ਹੈਂਡਸ ਵੀ ਨੇ ਤੇ ਇੱਕ ਟੌਰਸੋ ਕੋਈ ਉਹਦਾ ਪਾਰਟ ਹੋਣਾ ਉਹ ਵੀ ਹੈ। ਤੇ ਇੱਕ ਗੱਲ ਯਾਦ ਰੱਖੋ, ਜਿਆਦਾ ਇੰਨੀ ਵੋਕੈਬਲਰੀ ਚ ਜਾਣ ਦੀ ਲੋੜ ਨਹੀਂ ਹੁੰਦੀ। ਹੁਣ ਮੈਨੂੰ ਖੁਦ ਨੂੰ ਟੌਰਸੋ ਦਾ ਮੀਨਿੰਗ ਨਹੀਂ ਪਤਾ, ਇਹਦਾ ਮਤਲਬ ਇਹ ਥੋੜੀ ਕਿ ਇੱਕ ਵਰਡ ਨਾਲ ਮੇਰਾ ਆਨਸਰ ਲੁਕ ਜਾਊਗਾ, ਮੈਨੂੰ ਨਹੀਂ ਪਤਾ ਲੱਗੇਗਾ। ਤੁਸੀਂ ਸੈਂਸ ਦੇਖਿਆ ਕਰੋ, ਆਨਸਰ ਸ਼ੋਰਿਟੀ ਨਾਲ ਨਿਕਲਦੇ ਹੈ। ਐਂਡ ਇਟਸ ਪ੍ਰੋਪੋਰਸ਼ਨ ਵਰ ਓਰੀਜਨਲੀ, ਧਿਆਨ ਨਾਲ ਸੁਣੋ ਰੇ, ਬੜਾ ਟ੍ਰਿਕੀ ਆਨਸਰ ਨਿਕਲੂਗਾ। ਪਹਿਲਾਂ ਦੱਸਿਆ ਕਿ ਰੋਬੋਟ ਕਿਵੇਂ ਦਾ ਹੈ, ਉਸ ਵਾਰ ਕਹਿੰਦੇ ਐਂਡ ਇਟਸ ਪ੍ਰੋਪੋਰਸ਼ਨ ਵਰ ਓਰੀਜਨਲੀ ਮੇਜ਼ਰਡ ਫਰੋਮ ਦਾ ਬੋਡੀ ਆਫ ਅ ਰਿਸਰਚਰ। ਇਹ ਜਿਹੜਾ ਬਣਾਇਆ ਗਿਆ ਨਾ, ਇਹ ਬਿਲਕੁਲ ਕਿਸੇ ਰਿਸਰਚਰ ਦੀ ਬੋਡੀ ਬਣਾਇਆ ਗਿਆ ਇਨ ਦਾ ਲੈਬ। ਜਿਹੜਾ ਰਿਸਰਚਰ ਲੈਬ ਦੇ ਵਿੱਚ ਕੰਮ ਕਰਦਾ ਸੀਗਾ, ਬਿਲਕੁਲ ਉਹਦੀ ਬੋਡੀ ਦੇ ਵਰਗਾ ਇੱਕ ਰੋਬੋਟ ਹੈ ਜਿਹੜਾ ਉਹ ਤਿਆਰ ਕੀਤਾ ਹੈ। ਮੈਂ ਕਹਿੰਦਾ ਉਰੇ ਆਨਸਰ ਖਟਕ ਗਿਆ ਦਿਮਾਗ 'ਚ। ਇੱਕ ਵਾਰ ਚਲੋ ਜਿਆਦੇ ਆਪਾਂ 2-3 ਲਾਈਨਾਂ ਨੇ ਉਹ ਇੱਕ ਵਾਰ ਲੀਵ ਕਰੋ, ਇਧਰ ਆ ਕੇ ਦੇਖੀ, ਧਿਆਨ ਨਾਲ ਦੇਖੋ। ਹੁਣ ਦੇਖੋ ਜਿਹੜਾ ਆਨਸਰ ਬੱਚੇ ਆਪਾਂ ਨੂੰ ਥਰਡ ਜਿਹੜਾ ਆਨਸਰ ਆ ਸੀ ਨਾ, ਇਹਨੂੰ ਮੈਂ ਯੈਲੋ ਨੂੰ 1 ਮਿੰਟ, ਦੈਟਸ ਫਾਈਨ। ਹੁਣ ਐਕੂਰੇਟ ਇਹਦਾ ਆਨਸਰ ਥਰਡ ਨਿਕਲੇਗਾ। ਕਿਉਂ ਨਿਕਲੇਗਾ? ਇੱਕ ਰੋਬੋਟ ਦੀ ਵੀ ਗੱਲ ਕਰੀ, ਉਹਨੂੰ ਬਣਾਉਣ ਦੇ ਉਹਦੇ ਮਾਡਲ ਦੀ ਵੀ ਗੱਲ ਕਰੀ, ਐਨ ਅਡਲਟ ਦੀ ਵੀ ਗੱਲ ਕਰੀ। ਅਡਲਟ ਕੌਣ ਸੀਗਾ ਬੱਚੇ? ਜਿਹੜਾ ਰਿਸਰਚਰ ਸੀਗਾ, ਉਸ ਲੈਬ 'ਚ ਕੰਮ ਕਰਦਾ ਸੀਗਾ, ਬਿਲਕੁਲ ਹੂ ਬਹੂ ਉਹਦੇ ਵਰਗਾ ਰੋਬੋਟ ਤਿਆਰ ਕਰਿਆ। ਤਾਂ ਐਕੂਰੇਟ ਹੁਣ ਪਤਾ ਲੱਗਣਾ ਹੈ ਤੁਹਾਨੂੰ ਕਿ ਜਿਹੜਾ ਇਹਦਾ ਆਨਸਰ ਹੈਗਾ ਉਹ ਕੀ ਬਣ ਗਿਆ, ਸੀ। ਹੁਣ ਗੌਰ ਨਾਲ ਆਪਣੇ ਨੂੰ ਇਹ ਦਿਮਾਗ ਲਾ ਕੇ ਚੱਲਦੇ ਰਹੋ, ਤੁਹਾਨੂੰ ਇੰਨਾ ਕੁ ਪਤਾ ਹੋਣਾ ਚਾਹੀਦਾ ਹੈਗਾ। ਪਹਿਲਾਂ ਜਿਹੜਾ ਬੀ ਸੀਗਾ, ਆਪਾਂ ਨੂੰ ਇਹਦਾ ਬੀ ਆਨਸਰ ਲੱਗਦਾ ਸੀ, ਉਹ ਤਾਂ ਨਹੀਂ ਸੀ, ਰੋਬੋਟ ਦੇ ਮਾਡਲ ਦੀ ਗੱਲ ਹੋ ਗਈ ਸੀ, ਪਰ ਅਡਲਟ ਦੀ ਗੱਲ ਨਹੀਂ ਹੋਈ। ਤੇ ਐਕੂਰੇਟ ਹੁਣ ਆਪਾਂ ਨੂੰ ਅਡਲਟ ਦੀ ਗੱਲ ਕਿਵੇਂ ਪਤਾ ਲੱਗ ਗਈ? ਕਿਉਂਕਿ ਇਹ ਲਾਈਨ ਦੇਖੋ ਇੱਥੇ ਮੈਂਸ਼ਨ ਕੀਤੀਆਂ ਨੇ, ਐਂਡ ਇਟਸ ਪ੍ਰੋਪੋਰਸ਼ਨ ਵਰ ਓਰੀਜਨਲੀ ਮੇਜ਼ਰਡ ਫਰੋਮ ਦਾ ਬੋਡੀ ਆਫ ਅ ਰਿਸਰਚਰ। ਜਿਹੜਾ ਰਿਸਰਚਰ ਸੀਗਾ ਉਹਦੀ ਜਿਹੜੀ ਬੋਡੀ ਸੀਗੀ ਉਹਦੇ ਵਰਗਾ ਬਿਲਕੁਲ ਬਣਾਇਆ ਸੀਗਾ। ਤਾਂ ਜਿਹੜੇ ਆ ਬਾਕੀ 2-3 ਲਾਈਨਾਂ ਨੇ ਮੈਨੂੰ ਪੜਨ ਦੀ ਲੋੜ ਹੀ ਨਹੀਂ, ਤੇ ਮੇਰਾ ਐਕੂਰੇਟ ਜਿਹੜਾ ਆਨਸਰ ਹੈ ਉਹ ਮੈਨੂੰ ਮਿਲ ਗਿਆ। ਤਾਂ ਸੀ ਜਿਹੜਾ ਆਨਸਰ ਹੈ ਆਪਾਂ ਨੂੰ ਫਾਈਂਡ ਆਊਟ ਹੋ ਗਿਆ। ਹੁਣ ਅੱਗੇ ਛੋਟੇ ਛੋਟੇ ਪੈਰਾਗ੍ਰਾਫ ਨੇ, ਟੇਸਟੀ ਵੀ ਨੇ। ਆਪਾਂ ਡੀ ਪੈਰਾਗ੍ਰਾਫ ਕਰਦੇ ਹਾਂ ਤੇ ਇਹਦਾ ਕਲਰ ਚੇਂਜ ਕਰ ਦਈਏ, ਸੋਹਣਾ ਲੱਗਦਾ ਜਦੋਂ ਆਪਾਂ ਪੜ੍ਹਦੇ ਹਾਂ। ਕਿਉਂਕਿ ਮੈਂ ਤਾਂ ਹਮੇਸ਼ਾ ਇੱਕ ਚੀਜ਼ 'ਤੇ ਯਕੀਨ ਕਰਦਾ, ਬੰਦੇ ਦਾ ਮੂਡ ਹੋਣਾ ਚਾਹੀਦਾ ਪੜ੍ਹਨ ਦਾ ਵੀ ਤੇ ਪੜ੍ਹਾਉਣ ਦਾ ਵੀ ਇੱਕ ਮੂਡ ਹੁੰਦਾ ਹੈਗਾ। ਜਦੋਂ ਮੈਂ ਹਰ ਰੋਜ਼ ਵੀਡੀਓ ਬਣਾਉਣਾ ਬੱਚੇ, ਇਹ ਨਹੀਂ ਹੈਗਾ ਕਿ ਮੈਂ ਬਿਲਕੁਲ ਪ੍ਰੈਸ਼ਰ 'ਚ ਆ ਕੇ ਬਣਾ ਸਕਦਾ। ਜਦੋਂ ਮੇਰਾ ਖੁਦ ਦਾ ਪੜ੍ਹਾਉਣ ਦਾ ਮੂਡ ਹੁੰਦਾ, ਜਦੋਂ ਮੈਨੂੰ ਆਪ ਨੂੰ ਮਜ਼ਾ ਆਉਂਦਾ ਨਾ ਵੀ ਹਾਂ ਪੜ੍ਹਾ ਕੇ ਅੱਜ ਦਿਲ ਖੁਸ਼ ਹੋ ਗਿਆ, ਤਾਂ ਜਿਹੜਾ ਬੱਚਾ ਮੇਰੀ ਵੀਡੀਓ ਦੇਖਦਾ ਤਾਂ ਡੈਫੀਨੇਟਲੀ ਉਹਦਾ ਦਿਲ ਵੀ ਖੁਸ਼ ਹੁੰਦਾ ਹੈਗਾ। ਚਲੋ ਆਪਾਂ ਪੈਰਾਗ੍ਰਾਫ ਡੀ ਦੇਖੀਏ। This work at MIT is getting further down the road to creating human-like interactive robots. ਉਹ ਕਹਿੰਦੇ ਵੀ ਬੰਦਿਆਂ ਵਰਗੇ ਰੋਬੋਟ ਤਿਆਰ ਕਰਨੇ ਨੇ। Some scientists argue that Asimo is greater engineering. ਹੁਣ ਇਹ ਬਹਿਸ ਹੋਣ ਲੱਗੀ, argue ਬਹਿਸ ਹੋਈ ਹੈ। ਜਿਹੜਾ Asimo is great engineering feat but not an intelligent machine. ਉਹ ਕਹਿੰਦੇ Asimo ਠੀਕ ਹੈ ਪਰ intelligent machine ਨਹੀਂ ਹੈਗੀ ਇਹ, because it is unable to interact autonomously with unpredictabilities
in its environment in meaningful ways and learn from experience। ਉਹ ਕਹਿੰਦੇ ਵੀ ਜਿਹੜਾ ਇਹ ਰੋਬੋਟ ਹੈ ਨਾ, ਐਸੀਮੋ ਹੈ ਨਾ, ਵਧੀਆ ਹੈ ਨੋ ਡਾਊਟ, ਪਰ ਇਹ ਆਟੋਮੈਟਿਕ ਕੰਮ ਨਹੀਂ ਕਰਦਾ ਨਾ, ਇਹ ਕੰਡੀਸ਼ਨਸ ਨੂੰ ਦੇਖ ਕੇ ਕੰਮ ਨਹੀਂ ਕਰਦਾ। ਸ਼ਾਇਦ ਹੁਣ ਯਾਦ ਆ ਗਿਆ ਹੋਊਗਾ ਤੁਹਾਨੂੰ, ਰੋਬੋਟ ਮੂਵੀ ਦੇ ਵਿੱਚ ਬਹੁਤ ਜਗ੍ਹਾ ਤੇ ਰੋਬੋਟ ਨੂੰ ਡਿਨਾਈ ਕਰਤਾ ਸੀਗਾ ਫੌਜ ਚ ਲੈਣ ਦੇ ਲਈ, ਕਿਉਂਕਿ ਉਹ ਕਿਤੇ ਨਾ ਕਿਤੇ ਉਹ ਕਹਿੰਦੇ ਵੀ ਸ਼ਾਇਦ ਇਹ ਸਾਡੇ ਬੰਦਿਆਂ ਨੂੰ ਵੀ ਹਮਲਾ ਕਰ ਸਕਦਾ ਸਾਡੇ ਤੇ ਵਾਪਸ, ਸ਼ਾਇਦ ਇਹਨੂੰ ਦੂਜਾ ਬੰਦਾ ਕੋਈ ਹੋਰ ਕਮਾਂਡ ਦੇ ਦੇ ਤਾਂ ਇਹ ਸਾਡੇ ਅਗੇਂਸਟ ਹੋ ਜਾਏਗਾ। ਤਾਂ ਇਸ ਕਰਕੇ ਐਸੀਮੋ ਨੇ ਇਹਨਾਂ ਨੇ ਵਧੀਆ ਨਹੀਂ ਮੰਨਿਆ, ਕਿਉਂਕਿ ਇਹ ਆਟੋਨੋਮਸਲੀ ਕੰਮ ਨਹੀਂ ਕਰਦਾ, ਇਹ ਤਾਂ ਕਮਾਂਡ ਬੇਸਡ ਕੰਮ ਕਰਦਾ ਜਸਟ। ਰੋਬੋਟਸ ਲਾਈਕ ਕੌਗ ਐਂਡ ਕਿਸਮਤ। ਹੁਣ ਧਿਆਨ ਨਾਲ ਦੇਖੋ, ਦੋ ਰੋਬੋਟ ਆ ਗਏ, ਇਹਨਾਂ ਦੀ ਟਾਕ ਹੋ ਰਹੀ ਹੈ, ਕੌਣ ਕੌਣ ਨੇ? ਕੌਗ ਤੇ ਕਿਸਮਤ। and new robots at MIT, CSAIL and Media Lab however are beginning to do this। ਹੁਣ ਧਿਆਨ ਨਾਲ ਦੇਖੋ ਕਿ ਜਿਹੜੀ ਆਰਗਿਊ ਹੋਈ ਹੈ ਐਸੀਮੋ ਦੀ ਹੋ ਕੇ ਉੱਪਰ ਹਟ ਗਈ, ਪਰ ਨੀਚੇ ਜਿਹੜਾ ਕੰਪੈਰੀਜ਼ਨ ਕਰ ਰਹੇ ਨਾ, ਇਹ ਕਿਹਨਾਂ ਕਿਹਨਾਂ ਦਾ ਕਰ ਰਹੇ ਹੈਗੇ? ਕੌਗ ਦਾ ਤੇ ਕਿਸਮਤ ਦਾ, ਦੋ ਰੋਬੋਟ ਦਾ ਕੰਪੈਰੀਜ਼ਨ ਆਪਾਂ ਨੂੰ ਮਿਲ ਗਿਆ, ਤੇ ਆਨਸਰ ਤਾਂ ਸ਼ੋਰ ਮਿਲਣਾ ਚਾਹੀਦਾ ਹੈਗਾ। ਆ ਜਾਓ, ਮੈਂ ਉਮੀਦ ਕਰੂੰਗਾ ਤੁਸੀਂ ਆਪ ਵੀ, ਮੈਂ ਤੁਹਾਨੂੰ ਟਾਈਮ ਦੇਣਾ 1 ਸੈਕਿੰਡ, ਮੈਂ ਬੋਲਦਾ ਨਹੀਂ ਹੈਗਾ, ਤੇ ਟਰਾਈ ਕਰੋ ਕਿ ਤੁਸੀਂ ਇਹਦਾ ਜਿਹੜਾ ਐਕੂਰੇਟ ਆਨਸਰ ਹੈ ਉਸ ਨੂੰ ਲੱਭਣ ਦੇ ਵਿੱਚ ਤੁਹਾਨੂੰ ਪਤਾ ਲੱਗੇ ਵੀ ਹਾਂ। ਦੇਖੋ, ਪੀਪਲ ਫੀਲ ਹਿਊਮੈਨਿਟੀ ਕੋਈ ਨਹੀਂ, ਇਹ ਤਾਂ ਟੂ ਰੋਬੋਟਸ ਦੀ ਟਾਕ ਸੀਗੀ। ਰੈਫਰੈਂਸ ਫਸਟ ਵਰਡ ਰੋਬੋਟ ਨੋ, ਕ੍ਰਿਟਿਸਿਜ਼ਮ ਨੋ। ਧਿਆਨ ਨਾਲ ਦੇਖੋ ਬੱਚੇ, ਤੇ ਸਾਰਿਆਂ ਨੂੰ ਇਹ ਵੀ ਲੱਗ ਵੀ ਰਿਹਾ ਹੋਣਾ, ਅ ਕੰਪੈਰੀਜ਼ਨ ਬਿਟਵੀਨ ਟੂ ਡਿਫਰੈਂਟ ਟਾਈਪ ਆਫ ਰੋਬੋਟ ਕਰਿਆ ਨਾ, ਉੱਪਰ ਐਜ਼ੀਮੋ ਦੀ ਗੱਲ ਕਰਕੇ ਛੱਡਦੀ। ਅੱਜ ਇੱਕ ਬੱਚੇ ਨੇ ਕੁਐਸਚਨ ਰਾਈਜ਼ ਕੀਤਾ ਕਿ ਸਰ ਇਹ ਤਾਂ 3 ਰੋਬੋਟ ਦੀ ਗੱਲ ਕਰੀ ਹੈ, ਐਜ਼ੀਮੋ ਦੀ ਟਾਕ ਉੱਪਰ ਹੋ ਕੇ ਹਟ ਗਈ ਸੀ, ਪਰ ਜਿਹੜੀ ਨੀਚੇ ਬੱਚੇ ਟਾਕ ਸੀਗੀ ਉਹ ਕਿਹਦੀ ਸੀਗੀ? ਕੌਗ ਦੀ ਤੇ ਕਿਸਮਤ ਦੀ। ਤਾਂ ਇਸ ਕਰਕੇ ਜਿਹੜਾ ਆਪਣਾ ਐਕੂਰੇਟ ਡੀ ਦਾ ਆਨਸਰ ਹੈਗਾ ਉਹ ਆ ਗਿਆ ਆਪਣੇ ਕੋਲੇ, ਫੋਰਥ ਦਾ ਆਨਸਰ ਹੈ ਜਿਹੜਾ ਉਹ ਡੀ ਆਪਾਂ ਨੂੰ ਪ੍ਰੋਪਰ ਕਲੀਅਰ ਹੋ ਗਿਆ। ਉਮੀਦ ਕਰੂੰਗਾ ਤੁਹਾਨੂੰ ਬੜੇ ਵਧੀਆ ਤਰੀਕੇ ਨਾਲ ਸਮਝ ਆ ਰਹੇ ਨੇ। ਤੇ ਸਾਰੀ ਗੇਮ ਕਿੱਥੇ ਆ ਗਈ ਕਿ ਜਿਹੜਾ ਬੀ ਸੀਗਾ ਇਹ ਕਿਸੇ ਦਾ ਆਨਸਰ ਨਹੀਂ ਸੀਗਾ। ਹੁਣ ਜਦੋਂ ਬੀ ਕਿਸੇ ਦਾ ਆਨਸਰ ਨਹੀਂ ਸੀ, ਉਹ ਇੱਕ ਗਲਤ ਕਰਿਆ ਤਾਂ ਆਟੋਮੈਟਿਕਲੀ ਉਹਨਾਂ ਦਾ ਇੱਕ ਹੋਰ ਗਲਤ ਚੱਲ ਗਿਆ, ਤਾਂ 2 ਰੋਂਗ ਹੋ ਗਏ ਉਹਨਾਂ ਦੇ। ਚਲੋ ਪੈਰਾਗ੍ਰਾਫ ਆਪਾਂ ਈ ਪੜ੍ਹਦੇ ਹਾਂ, ਤੇ ਬੜੇ ਧਿਆਨ ਨਾਲ ਪੜ੍ਹਿਆ ਕਰੋ, ਇੰਟਰਸਟ ਨਾਲ ਪੜੋਗੇ ਤਾਂ ਡੈਫੀਨੇਟਲੀ ਸਕੋਰ ਦੇਖਿਓ ਕਿਸ ਲੈਵਲ ਦਾ ਆਉਂਦਾ ਹੈਗਾ। ਪੈਰਾਗ੍ਰਾਫ ਈ ਨੂੰ ਜੇ ਮੈਂ ਤੁਹਾਨੂੰ ਪੜਾਉਣ ਦੀ ਟਾਕ ਕਰਾਂ, ਮੈਂ ਸਕਰੀਨ ਨੂੰ ਦੈਟਸ ਫਾਈਨ ਉੱਪਰ ਲੈ ਆਣਾ, ਕਿਉਂਕਿ ਨੀਚੇ ਤੁਹਾਨੂੰ ਔਖਾ ਹੋਏਗਾ। ਬੜਾ ਵਧੀਆ, ਇਹਦਾ ਕਲਰ ਇਹੀ ਰਹਿੰਦੇ ਆ। These are exciting developments। ਜਿਹੜੀਆਂ ਡਿਵੈਲਪਮੈਂਟਸ ਹੋ ਰਹੀਆਂ ਸੀ ਨਾ, ਬੜੀਆਂ ਐਕਸਾਈਟਿੰਗ ਸੀਗੀਆਂ, ਬੜਾ ਮਤਲਬ ਕਿ ਦੇਖ ਕੇ ਖੁਸ਼ੀ ਮਿਲਦੀ ਸੀ ਵੀ ਵਾਓ ਯਾਰ ਕਿਆ ਡਿਵੈਲਪਮੈਂਟ ਹੋ ਰਹੀਆਂ ਨੇਗੀਆਂ। ਕ੍ਰੀਏਟਿੰਗ ਅ ਮਸ਼ੀਨ, ਇੱਕ ਐਵੇਂ ਦੀ ਮਸ਼ੀਨ ਕ੍ਰੀਏਟ ਕਰਨੀ, ਬਣਾਉਣੀ, that can walk, ਜਿਹੜੀ ਚੱਲ ਵੀ ਸਕਦੀ ਹੈ, ਮੇਕ ਜੈਸਟਰਸ, ਜੈਸਟਰਸ ਹੋਣੇ ਚਿਹਰੇ ਦੇ ਹਾਵ ਭਾਵ, ਜਿਹੜੀ ਚਿਹਰੇ ਦੇ ਹਾਵ ਭਾਵ ਵੀ ਬਣਾ ਸਕਦੀ ਹੈ, and learn from its environment is an amazing achievement। ਤੇ ਆਪਦੇ এনवायरमेंट ਤੋਂ ਸਿੱਖ ਵੀ ਸਕਦੀ ਹੈ, ਇਹਦੀ ਸਭ ਤੋਂ ਵੱਡੀ ਅਚੀਵਮੈਂਟ ਸੀਗੀ। ਐਂਡ ਵਾਚ ਦਿਸ ਸਪੇਸ, these achievements are likely rapidly to be improved upon। ਇਹ ਹੋਰ ਸੋਚਣਗੇ ਹੋਰ ਜ਼ਿਆਦਾ ਇੰਪਰੂਵ ਹੋਣਗੀਆਂ। ਹਿਊਮਨਡ ਰੋਬੋਟਸ could have a plethora of uses in society। ਜਿਹੜਾ ਹਿਊਮਨਡ ਰੋਬੋਟ ਹੈ, ਜਿਹੜਾ ਬੰਦਿਆਂ ਲਈ ਰੋਬੋਟ ਬਣਾਇਆ ਗਿਆ, ਤਾਂ ਇਹਦੇ ਪਲੈਥੋਰਾ ਹੁੰਦਾ ਬਹੁਤ ਜ਼ਿਆਦਾ ਯੂਜ਼ਸ ਨੇ ਇਹਦੇ ਸੋਸਾਇਟੀ ਦੇ ਵਿੱਚ। ਹੈਲਪਿੰਗ ਟੂ ਫ੍ਰੀ ਪੀਪਲ ਫਰੋਮ ਐਵਰੀਡੇ ਟਾਸਕ, ਲੋਕਾਂ ਨੂੰ ਹਰ ਰੋਜ਼ ਦੇ ਜਿਹੜੇ ਕੰਮ ਨੇ ਉਸ ਤੋਂ ਇਹ ਫ੍ਰੀ ਕਰ ਰਿਹਾ ਹੈਗਾ, ਮਤਲਬ ਕਿ ਮਸ਼ੀਨ ਆਟੋਮੈਟਿਕਲੀ ਆਪ ਕੰਮ ਕਰਨਾ ਸ਼ੁਰੂ ਕਰ ਰਹੀ ਹੈ। ਇਨ ਜਾਪਾਨ ਫॉर एग्जांपल there is an aim to create robots that can do the task similar to an average human। ਜਾਪਾਨ ਦਾ ਇਹ ਮੇਨ ਟਾਰਗੇਟ ਹੈ ਕਿ ਉਹ ਐਵੇਂ ਦਾ ਕੰਮ ਕਰਨਾ, ਕਿ ਐਵੇਂ ਦਾ ਰੋਬੋਟ ਤਿਆਰ ਕਰ ਦੇਣ ਜਿਹੜਾ ਇੱਕ ਆਮ ਬੰਦੇ ਵਾਂਗੂ ਕੰਮ ਕਰਦਾ ਹੈ। ਮਤਲਬ ਕੀ ਹੈ ਕਿ ਬੰਦਿਆਂ ਦੀ ਲੋੜ ਘਟ ਜੇ ਤੇ ਰੋਬੋਟ ਉਹਨਾਂ ਦੇ ਕੰਮ ਕਰਨੇ ਸ਼ੁਰੂ ਕਰ ਦੇ, ਤੇ ਸੋਸਾਇਟੀ ਦੇ ਉੱਤੇ ਇਹਦਾ ਬੜਾ ਜ਼ਿਆਦਾ ਇੰਪੈਕਟ ਪਿਆ ਹੋਇਆ ਹੈ। ਉਮੀਦ ਕਰੂੰਗਾ ਤੁਹਾਨੂੰ ਪਤਾ ਲੱਗ ਗਿਆ ਹੋਗਾ ਆਨਸਰ, ਪਰ ਇੱਕ ਵਾਰ ਫਿਰ ਵੀ ਫਿਨਿਸ਼ ਕਰੀਏ। ਹਿਊਮਨ ਐਂਡ ਆਲਸੋ ਐਕਟ ਲਾਈਕ ਅ ਸਫਿਸਟੀਕੇਟਿਡ ਸਿਚੁਏਸ਼ਨ ਐਜ਼ ਫਾਇਰ ਫਾਈਟਰਸ, ਐਸਟਰੋਨੌਟਸ ਐਂਡ ਔਰ ਮੈਡੀਕਲ ਅਸਿਸਟੈਂਟਸ। ਫਾਇਰ ਫਾਈਟਰ ਹੁੰਦੇ ਜਿਹੜੇ ਅੱਗ ਬੁਝਾਉਂਦੇ ਆ, ਐਸਟਰੋਨੌਟ ਜਿਹੜੇ ਅੰਤਰਿਕਸ਼ 'ਚ ਜਾਂਦੇ ਆ, ਮੈਡੀਕਲ ਅਸਿਸਟੈਂਟ ਜਿਹੜੇ ਮੈਡੀਕਲ ਨਾਲ ਜੁੜੇ ਹੁੰਦੇ ਆ, ਡਾਕਟਰਸ ਵਗੈਰਾ ਹੁੰਦੇ ਆ। ਟੂ ਐਲਡਰਲੀ ਇਨ ਵਰਕਪਲੇਸ ਐਂਡ ਇਨ ਹੋਮਸ, ਬਾਹਰ ਵੀ ਕੰਮ ਕਰਨਗੇ ਕੰਮ ਦੀਆਂ ਜਗ੍ਹਾ ਤੇ ਘਰੇ ਵੀ ਕੰਮ ਕਰਨਗੇ। ਪਾਰਸ਼ਲੀ ਇਨ ਆਰਡਰ ਟੂ ਕਾਊਂਟਰ ਬੈਲੈਂਸ ਦਾ ਇਫੈਕਟ ਆਫ ਐਨ ਏਜਿੰਗ ਪਾਪੂਲੇਸ਼ਨ। ਮਤਲਬ ਕੀ ਹੈ, ਸਾਰਾ ਪੈਰਾ ਆਪਾਂ ਨੂੰ ਇੱਕ ਚੀਜ਼ ਸਿਖਾਉਣ ਦੀ ਕੋਸ਼ਿਸ਼ ਕਰ ਰਿਹਾ ਹੈਗਾ। ਇਹਦੇ ਯੂਜ਼ ਦੱਸੇ ਨੇ ਸੋਸਾਇਟੀ ਦੇ ਉੱਤੇ ਫਾਇਰ ਫਾਈਟਰ ਦੀ ਵੀ ਦੱਸਿਆ ਇਹਨਾਂ ਨੇ, ਘਰੇਲੂ ਕੰਮ ਵੀ ਦੱਸੇ, ਐਸਟਰੋਨੌਟ ਵੀ ਦੱਸਿਆ, ਡਾਕਟਰ ਵੀ ਦੱਸਿਆ। ਤਾਂ ਡੈਫੀਨੇਟਲੀ ਤੁਸੀਂ ਇੱਕ ਚੀਜ਼ ਧਿਆਨ ਨਾਲ ਦੇਖੋ, people feel humanity may be replaced by robot, no।
ਰੈਫਰੈਂਸ ਫਸਟ नो, क्रिटिसिज्म कोई नो, ਆ ਤਿੰਨ ਹੋ ਵੀ ਗਏ ਇੱਕ ਵਾਰ। ਤੇ ਲਾਸਟ ਆਪਣੇ ਕੋਲ ਇੱਕ ਆ ਬਚਿਆ, ਦੇਖਿਓ ਧਿਆਨ ਨਾਲ, ਦਾ ਡਿਫਰੈਂਟ ਯੂਜ਼ਸ ਆਫ ਰੋਬੋਟ ਇਨ ਸੋਸਾਇਟੀ। ਐਕੂਰੇਟ ਆਪਾਂ ਨੂੰ ਦੱਸਿਆ ਉਹਨਾਂ ਨੇ ਡਿਫਰੈਂਟ ਯੂਜ਼ਸ ਸੋਸਾਇਟੀ ਦੇ ਵਿੱਚ ਕੀ ਕੀ ਸੀਗਾ, ਆਪਾਂ ਨੂੰ ਸਾਰੇ ਯੂਜ਼ਸ ਦੱਸੇ, ਪਲੈਥੋਰਾ ਆਫ ਯੂਜ਼ਸ ਇਨ ਸੋਸਾਇਟੀ। ਤਾਂ ਐਕੂਰੇਟ ਜਿਹੜਾ ਫਸਟ ਹੈਗਾ ਇਹਦਾ ਆਨਸਰ ਬਣ ਗਿਆ ਬੱਚੇ, ਦੈਟ ਇਜ਼ ਕਾਲਡ ਆ ਈ। ਉਮੀਦ ਕਰਦਾ ਤੁਹਾਨੂੰ ਸਮਝ ਆ ਰਿਹਾ ਹੋਊਗਾ। ਹੁਣ ਇੱਕ ਹੋਰ ਵੀ ਹੋ ਗਿਆ ਨਾ ਕੰਮ, ਆਪਣੇ ਕੋਲੇ ਪੈਰਾਗ੍ਰਾਫ ਰਹਿ ਗਏ 2, ਐਫ ਔਰ ਜੀ, ਆਪਣੇ ਕੋਲੇ ਆਨਸਰ ਰਹਿ ਗਏ 3। ਹੁਣ ਮਤਲਬ ਇਹ ਹੋਏਗਾ ਕਿ ਕੋਈ ਮਤਲਬ ਕਿ ਜਾਂ 5th ਦਾ ਜਾਂ 6th ਦਾ ਕੋਈ ਮਤਲਬ ਕਿ ਜਾਂ ਦੋਨੇ ਐਫ ਆਣਗੇ ਜਾਂ ਦੋਨੇ ਜੀ ਆਣਗੇ, ਇਹ ਤਾਂ ਸ਼ੋਰਟੀ ਹੈ। ਬੀ ਆਨਸਰ ਕਰਕੇ ਇੰਨਾ ਫੰਡਾ ਪਏਗਾ। ਚਲੋ ਪੜ੍ਹਦੇ ਹਾਂ ਤੇ ਵਧੀਆ ਤਰੀਕੇ ਨਾਲ ਦੇਖਦੇ ਹਾਂ। ਸੋ ਇਨ ਐਡੀਸ਼ਨ ਟੂ ਥੀਜ਼ potentially creative planes, there lies a certain dehumanization। dehumanization ਹੁੰਦਾ ਹੈ ਕਿ ਜਿੱਥੇ ਇਨਸਾਨ ਦੀ ਕਦਰ ਘਟ ਜੇ। ਇਹ ਕਹਿੰਦਾ ਵੀ ਹੁਣ ਇਨਸਾਨ ਦੀ ਕਦਰ ਘਟਣੀ ਸ਼ੁਰੂ ਹੋ ਗਈ। ਦਾ ਆਈਡੀਆ ਦੈਟ ਕੰਪੈਨੀਅਨ ਹੁੰਦੇ ਨੇ ਦੋਸਤ, ਕੈਨ ਬੀ ਰੀਪਲੇਸਡ ਵਿਦ ਮਸ਼ੀਨਸ। ਕਹਿੰਦਾ ਯਾਰ ਜਿਹੜੇ ਦੋਸਤ ਨੇ ਨਾ ਉਹ ਮਸ਼ੀਨ ਦੇ ਦੁਆਰਾ ਰੀਪਲੇਸ ਕਿਤੇ ਜਾ ਰਹੇ ਨੇ। ਤਾਂ ਆਪਾਂ ਨੂੰ ਸਾਰਿਆਂ ਨੂੰ ਵੀ ਪਤਾ, ਜੇ ਆਪਾਂ 4 ਦੋਸਤ ਆਪਸ 'ਚ ਇਕੱਠੇ ਬਹਿੰਦੇ ਆ ਨਾ ਤਾਂ ਆਪਸ 'ਚ ਗੱਲਾਂ ਕਰਨ ਨਾਲੋਂ ਆਪਾਂ ਫੋਨ ਜ਼ਿਆਦਾ ਯੂਜ਼ ਕਰਦੇ ਆ, ਕਿਉਂਕਿ ਆਪਾਂ ਮਸ਼ੀਨ ਦੇ ਐਡਿਕਟਡ ਆਂਗੇ। ਤਾਂ ਡੈਫੀਨਿਟਲੀ ਕੀ ਹੋ ਗਿਆ ਕਿ ਡੀਹਿਊਮਨਾਈਜੇਸ਼ਨ ਹੋ ਗਈ, ਇਨਸਾਨ ਦੀ ਕੀਮਤ ਹੈ ਜਿਹੜੀ ਘਟ ਗਈ। ਤੇ ਸੈਕਿੰਡ ਨੰਬਰ ਤੇ ਕੀ ਹੋਇਆ, ਕੰਪੈਰੀਜ਼ਨ ਕੀਤਾ ਇਹਨੇ, ਜਿਹੜਾ ਕੰਪੈਨੀਅਨ ਨੇ ਨਾ ਜਿਹੜੇ ਆਪਣੇ ਦੋਸਤ ਨੇਗੇ ਉਹ ਰਿਪਲੇਸ ਕਰਤੇ ਆਪਣੇ ਮਸ਼ੀਨ ਨਾਲ। ਫੋਰ ਐਗਜ਼ਾਮਪਲ ਸਜੈਸਟਿਵ ਆ ਮੈਕਨੀਕਲ ਐਂਡ ਡਿਗਰੇਡਡ ਨੋਸ਼ਨ ਆਫ ਹਿਊਮਨ ਰਿਲੇਸ਼ਨਸ਼ਿਪਸ। ਹਿਊਮਨ ਰਿਲੇਸ਼ਨਸ਼ਿਪ ਦੇ ਉੱਤੇ ਵੀ ਇਹਦਾ ਬੜਾ ਜ਼ਿਆਦਾ ਪ੍ਰਭਾਵ ਪੈ ਰਿਹਾ ਹੈ। On one hand, these development express the human creativity, our ability to invent, experiment and to extend our control over the world। ਕਿੱਥੇ ਤਾਂ ਆਪਣਾ ਸਾਰਾ ਕੰਟਰੋਲ ਵਰਲਡ ਤੇ ਹੋਣਾ ਤੇ ਕਿੱਥੇ ਆਪਾਂ ਮਸ਼ੀਨਾਂ ਪਿੱਛੇ ਲੱਗ ਗਏ। On the other hand, the aim to create a robot, ਇਹਦਾ aim ਕੀ ਸੀਗਾ ਰੋਬੋਟ ਨੂੰ ਬਣਾਉਣ ਦਾ, like a human being spurred on the dehumanized idea by the sense that the human companionship can be substituted by machine, that human lost their humanity। ਲੋਕਾਂ ਨੇ ਆਪਣੀ ਕਦਰ ਘਟਾਤੀ, ਹਿਊਮੈਨਿਟੀ ਘਟ ਗਈ, ਇਨਸਾਨੀਅਤ ਮਰ ਗਈ ਮਸ਼ੀਨਾਂ ਦੇ ਆਉਣ ਨਾਲ। when they interact with technology, ਜਦੋਂ ਟੈਕਨੋਲੋਜੀ ਨਾਲ ਜੁੜ ਕੇ ਤਾਂ ਬੰਦਿਆਂ ਦੀ ਜਿਹੜੀ ਇੱਜ਼ਤ ਹੈ, ਰਿਸਪੈਕਟ ਹੈ ਜਾਂ ਦੋਸਤੀ ਹੈ ਉਹ ਸਭ ਖਤਮ ਹੋ ਗਿਆ, ਕਸਟਮਸ ਖਤਮ ਹੋ ਗਏ, ਰੀਤੀ ਰਿਵਾਜ ਖਤਮ ਹੋ ਗਏ। ਔਰ that we are little more than surface and ritual ਹੁੰਦੇ ਨੇ ਆਪਣੇ ਰਿਵਾਜ, behaviors that can be simulated with metal and electrical circuits। ਹੁਣ ਕਹਿੰਦਾ ਵੀ ਸਾਰਾ ਕੁਝ ਕਿੱਥੇ ਇੱਕ ਬੰਦੇ ਨੇ ਆਪਣੇ ਆਪ ਨੂੰ ਮੈਟਲਸ ਨਾਲ ਜੋੜ ਲਿਆ ਜਾਂ ਬਿਜਲੀ ਨਾਲ ਜੋੜ ਲਿਆ, ਬੰਦਿਆਂ ਦੀ ਕਦਰ ਘਟ ਗਈ ਤੇ ਜਿਹੜਾ ਇਹਦਾ ਸੋਸਾਇਟੀ ਦੇ ਉੱਤੇ ਦਾ ਇਫੈਕਟ ਬਿਲਕੁਲ ਪਿਆ ਹੀ ਪਿਆ ਜਦੋਂ ਇਨਸਾਨਾਂ ਦੀ ਕਦਰ ਹੈ ਉਹ ਘਟ ਗਈ। ਤਾਂ ਹੁਣ ਮੈਂ ਤੁਹਾਨੂੰ ਬੜੇ ਵਧੀਆ ਤਰੀਕੇ ਨਾਲ, ਤੁਹਾਨੂੰ ਆਪ ਨੂੰ ਵੀ ਪਤਾ ਲੱਗਣਾ ਚਾਹੀਦਾ ਬੱਚੇ, ਸੋ ਹਿੱਟ ਵੀ ਕਰਿਆ ਹੋਣਾ ਤੁਹਾਡੇ ਦਿਮਾਗ 'ਚ। ਜਿਹੜਾ 7th ਹੈ, ਪੀਪਲ ਫੀਲ ਹਿਊਮੈਨਿਟੀ ਮੇ ਬੀ ਰਿਪਲੇਸਡ ਬਾਈ ਰੋਬੋਟਸ। ਇਹ ਤਾਂ 100% ਸ਼ੋਰ ਹੈਗਾ, ਇਹਦਾ ਆਨਸਰ ਹੈਗਾ ਕਿਉਂਕਿ ਹਿਊਮੈਨਿਟੀ ਹੈ ਉਹ ਰਿਪਲੇਸ ਹੋਈ ਹੈ ਰੋਬੋਟ ਨਾਲ। ਜਦੋਂ ਰੋਬੋਟ ਆਇਆ, ਰੋਬੋਟ 'ਚ ਮੋਬਾਈਲ ਫੋਨ ਹੈ, ਉਹਦੇ ਆਉਣ ਨਾਲ ਇਨਸਾਨਾਂ ਦੀ ਕਦਰ ਘਟ ਗਈ। ਹੁਣ ਕੀ ਡਬਲ ਐਫ ਕਿਸੇ ਦਾ ਆਨਸਰ ਬਣ ਸਕਦਾ ਹੈ? ਦੇਖਿਓ, ਰੈਫਰੈਂਸ ਟੂ ਦਾ ਫਸਟ ਯੂਜ਼ ਆਫ ਵਰਡ ਰੋਬੋਟ, ਇਹ ਤਾਂ ਨਹੀਂ ਹੈਗਾ ਰੈਫਰੈਂਸ ਕੋਈ ਫਸਟ ਟਾਈਮ ਰੋਬੋਟ ਵਰਡ। ਅ ਕ੍ਰਿਟਿਸਿਜ਼ਮ ਆਫ the negative effect of humanoid robot on the society। ਸ਼ੋਰ ਹੈ ਨੈਗੇਟਿਵ ਇਫੈਕਟ ਪਏ ਆ ਨਾ ਸੋਸਾਇਟੀ ਦੇ ਉੱਤੇ। ਤਾਂ ਬੱਚੇ ਸਾਰੀ ਗੇਮ ਐਗਜ਼ਾਮ ਦੇ ਵਿੱਚ ਜਿਹੜੀ ਪ੍ਰੋਬਲਮ ਆਈ ਸੀ ਉਹ ਇੱਥੇ ਆਈ ਸੀ ਕਿ ਬੱਚੇ ਗਲਤੀ ਨਾਲ ਇੱਕ ਦਾ ਆਨਸਰ ਬੀ ਕਰਿਆ ਤਾਂ ਆਟੋਮੈਟਿਕਲੀ 2 ਰੋਂਗ ਹੋ ਗਏ। ਤਾਂ 5th ਤੇ 7th ਇਹਨਾਂ ਦੋਨਾਂ ਦਾ ਆਨਸਰ ਐਫ ਆ ਗਿਆ। ਹੁਣ ਇੱਕ ਬੜੀ ਵਧੀਆ ਚੀਜ਼ ਰਹਿ ਗਈ ਕਿ ਆਪਣੇ ਕੋਲ ਲਾਸਟ ਇੱਕ ਰਹਿ ਗਿਆ ਤੇ ਇੱਧਰ ਵੀ ਆਪਣੇ ਕੋਲ ਪੈਰਾਗ੍ਰਾਫ ਇੱਕ ਰਹਿ ਗਿਆ। ਚਲੋ ਫਿਰ ਵੀ ਮੈਂ ਤੁਹਾਨੂੰ ਇੱਕ ਵਾਰ ਦੱਸ ਦੇਣਾ। The tension between the dehumanized and the creative aspect of the robot has long been explored in a culture in Karl Capek, जो भी लिखे whatever, 1921 play in which the term robot was first coined। robot ਪਹਿਲੀ ਵਾਰ coined ਹੋਇਆ, robot ਪਹਿਲੀ ਵਾਰ ਉਹਨਾਂ ਨੇ use ਕੀਤਾ। ਤਾਂ ਆਪਾਂ ਨੂੰ ਸੋਚਣ ਦੀ ਵੀ ਲੋੜ ਨਹੀਂ ਹੈਗੀ, ਜਿਹੜਾ 6th ਹੈ ਇਹਦਾ ਆਨਸਰ ਜੀ। ਤੁਸੀਂ ਗੌਰ ਨਾਲ ਦੇਖ ਲਓ ਬੱਚੇ, ਜਿਹੜੇ ਮੈਨੇ ਸਾਰੇ ਆਨਸਰਸ ਲਿਖੇ ਨੇਗੇ ਉਹ ਇਸ ਰੂਪ ਦੇ ਵਿੱਚ ਨੇਗੇ। ਜੇ ਕੋਈ ਬੱਚਾ ਬਾਈ ਮਿਸਟੇਕ ਐਗਜ਼ਾਮ ਦੇ ਵਿੱਚ ਕਰਕੇ ਆਇਆ ਤਾਂ ਮੈਂ ਇੱਥੇ ਰੱਖ ਦੇਣਾ, ਹਾਂ ਇਹਨਾਂ ਦੇ ਆਨਸਰਸ ਇਹ ਆਏ ਨੇ। ਮੈਂ ਤੁਹਾਨੂੰ ਇੱਕ ਵਾਰ ਕਲੀਅਰ ਕਰਦਾ ਬੜੇ ਵਧੀਆ ਤਰੀਕੇ ਨਾਲ। ਡਿਫਰੈਂਟ ਯੂਜ਼ਸ ਆਫ ਰੋਬੋਟ ਇਨ ਸੋਸਾਇਟੀ, ਜਦੋਂ ਦੱਸਿਆ ਸੀ ਸਾਰੇ ਕੰਮ ਸੋਸਾਇਟੀ ਦੇ ਵਿੱਚ, ਪਲੈਥੋਰਾ ਆਫ ਯੂਜ਼ਸ,
ਰੋਬੋਟ ਆਰਟਿਸਟਿਕ ਵਰਕ, ਜਿੱਥੇ ਕਿਹਾ ਸੀ ਵੀ ਫਾਰਵਰਡ, ਬੈਕਵਰਡ, ਅਪਸਟੇਅਰ, ਡਾਊਨਸਟੇਅਰ, ਡਾਂਸ ਵੀ ਕਰ ਸਕਦਾ ਹੈ। ਰੋਬੋਟ ਦੈਟ ਵਾਸ ਮਾਡਲਡ ਔਨ ਦਾ ਅਡਲਟ, ਦੱਸਿਆ ਸੀ ਨਾ ਇੱਕ ਰੋਬੋਟ ਬਣਾਇਆ ਗਿਆ, ਪਰ ਬਣਾਇਆ ਉਹਦੇ ਵਰਗਾ ਗਿਆ ਸੀ ਜਿਹੜਾ ਰਿਸਰਚਰ ਸੀ, ਜਿਹੜਾ ਬੰਦਾ ਲੈਬ 'ਚ ਕੰਮ ਕਰਦਾ ਸੀ। ਕੰਪੈਰੀਜ਼ਨ ਕਿਸਮਤ ਦਾ ਤੇ ਕੌਗ ਦਾ ਕੀਤਾ ਸੀਗਾ। ਕ੍ਰਿਟਿਸਿਜ਼ਮ ਆਪਾਂ ਨੂੰ ਬਿਲਕੁਲ ਪਤਾ ਲੱਗਿਆ ਸੀਗਾ, ਇੱਕ ਤਾਂ ਉਹ ਤੇ ਪੀਪਲ ਹਿਊਮੈਨਿਟੀ ਰਿਪਲੇਸ ਬਾਈ ਰੋਬੋਟ, ਤੇ ਦੋਨਾਂ 'ਚ ਆਪਾਂ ਨੂੰ ਕਲੀਅਰ ਕਰਤਾ ਸੀਗਾ ਕਿ ਇਨਸਾਨਾਂ ਨੂੰ ਪਿੱਛੇ ਛੱਡਤਾ ਮਸ਼ੀਨਾਂ ਨੇ, ਤੇ ਲਾਸਟ ਜਿਹੜਾ ਵਰਡ ਰੋਬੋਟ ਹੈ ਤਾਂ ਐਕੂਰੇਟ ਆਪਾਂ ਨੂੰ ਰੋਬੋਟ ਮਿਲ ਗਿਆ ਸੀਗਾ। ਮੈਂ ਟਰਾਈ ਕੀਤਾ ਕਿ ਬਿਲਕੁਲ ਤੁਹਾਨੂੰ ਜਿਹੜੀ ਚੀਜ਼ ਐਗਜ਼ਾਮ ਦੇ ਵਿੱਚ ਆ ਰਹੀ ਹੈ ਬੱਚੇ, ਤੁਹਾਨੂੰ ਉਹ ਚੀਜ਼ ਸਮਝਾਵਾਂ। ਮੈਂ ਸ਼ੋਰ ਹਾਂ ਇਸ ਤੋਂ ਟਫ ਐਗਜ਼ਾਮ ਦੇ ਵਿੱਚ ਨਹੀਂ ਆਉਂਦਾ, ਤੇ ਤੁਸੀਂ ਯਕੀਨ ਕਰੋ, ਤੁਸੀਂ ਜਿਵੇਂ ਮੈਂ ਪੜਾਇਆ, ਜਿਹੜੀਆਂ ਟ੍ਰਿਕਸ ਨਾਲ ਮੈਂ ਪੜਾਇਆ, ਇਸ ਨੂੰ ਫੋਲੋ ਕਰਕੇ ਐਗਜ਼ਾਮ ਕਰਕੇ ਆਏ ਹੋ, 110% ਤੁਸੀਂ 9/9 ਬੈਂਡ ਹਿੱਟ ਕਰ ਸਕਦੇ ਹੋ। ਮੈਂ ਜਿੰਨਾ ਜ਼ੋਰ ਲੱਗਦਾ ਪੜਾਉਣ ਤੇ ਮੈਂ ਲਾਉਣਾ, ਜਿੰਨਾ ਦਿਲੋਂ ਪੜਾ ਸਕਦਾ ਮੈਂ ਪੜਾਉਣਾ, ਤੇ ਮੈਂ ਕੋਸ਼ਿਸ਼ ਕਰਦਾ ਕਿ ਮੇਰਾ ਬੱਚਾ ਆਪਣੇ ਐਗਜ਼ਾਮ ਨੂੰ ਬਹੁਤ ਵਧੀਆ ਤਰੀਕੇ ਨਾਲ ਕਲੀਅਰ ਕਰਕੇ ਆਵੇ, ਤੇ ਬਾਰ-ਬਾਰ ਪੇਪਰ ਨਹੀਂ ਦੇਣਾ, ਫਸਟ ਅਟੈਂਪਟ 'ਚ ਪੇਪਰ ਦੇਣਾ ਹੈ। ਤੇ ਕਦੇ ਇੱਕ ਹੋਰ ਤੁਹਾਨੂੰ ਨੌਲੇਜ ਦੀ ਗੱਲ ਦੱਸਦਾ ਨਾ, ਬਹੁਤ ਬੱਚਿਆਂ ਨੂੰ ਲੱਗਦਾ ਹੈ ਕਿ ਜ਼ਿਆਦਾ ਟਾਈਮ ਆਇਲਸ ਸਪੈਂਡ ਕਰਨ ਦੇ ਨਾਲ ਪੇਪਰ ਕਲੀਅਰ ਹੋ ਜੂ, ਜਾਂ ਬਹੁਤ ਵਧੀਆ ਪ੍ਰੈਪਰੇਸ਼ਨ ਹੋ ਜੂ, ਜਾਂ ਬਹੁਤ ਜ਼ਿਆਦਾ ਮਾਪਿਓ ਮੇਰੇ ਇੰਸਟੀਚਿਊਟ ਆ ਕੇ ਇਹ ਗੱਲ ਕਹਿੰਦੇ ਆ ਕਿ ਰਮਨ 3 ਮੰਥ ਦੀ ਫੀਸ ਹੈ ਨਾ ਜਿਹੜੀ, ਉਹ ਤੂੰ ਇਕੱਠੀ ਲੈ ਲੈ। ਤਾਂ ਮੈਂ ਕਹਿੰਦਾ ਤੁਸੀਂ 1500 ਰੁਪਏ ਦੀ ਲੈਸ ਪਿੱਛੇ ਆਪਣੇ ਬੱਚੇ ਦੇ 3 ਮਹੀਨੇ ਕਿਉਂ ਖਰਾਬ ਕਰ ਰਹੇ ਹੋ? ਕੀ ਪਤਾ ਬੱਚਾ 1 ਮਹੀਨੇ 'ਚ ਤਿਆਰ ਹੋ ਜੇ, ਸ਼ਾਇਦ ਉਹ ਇੰਨਾ ਸੋਹਣਾ ਪੜਦਾ ਹੋਵੇ। ਵਾਈ ਟੂ ਵੇਸਟ ਟਾਈਮ? ਕਹਿਣ ਦਾ ਮਤਲਬ ਇਹ ਹੈ ਆਇਲਸ ਬਹੁਤ 15 ਦਿਨਾਂ ਮਤਲਬ ਕਿ 15 ਡੇਜ਼ ਦੇ ਵਿੱਚ ਯੂ ਕੈਨ ਗੈਟ ਦਾ ਨੌਲੇਜ। ਉਸ ਤੋਂ ਬਾਅਦ 15 ਡੇਜ਼ ਲਾਓ ਪ੍ਰੈਕਟਿਸ ਤੇ, 1 ਮੰਥ ਬਾਅਦ ਆਪਦਾ ਐਗਜ਼ਾਮ ਦੇ ਦਿਓ। ਇਹ ਮੇਰਾ ਐਕਸਪੀਰੀਅੰਸ ਹੈ। ਜਿਹੜੇ ਬੱਚੇ ਨੇ ਬਹੁਤ ਜ਼ਿਆਦਾ ਟਾਈਮ ਲਾਤਾ ਆਇਲਸ ਉੱਤੇ, ਉਹਦਾ ਰਿਜ਼ਲਟ ਕਦੇ ਵੀ ਨਹੀਂ ਆਇਆ ਹੈਗਾ, ਕਿਉਂਕਿ ਆਇਲਸ ਦਿਮਾਗ ਨੂੰ ਵੀ ਚੜ ਜਾਂਦੀ ਹੈ। ਤਾਂ ਮੈਂ ਚਾਹੁੰਦਾ ਕਿ ਵਧੀਆ ਤਰੀਕੇ ਨਾਲ ਪ੍ਰੈਪਰੇਸ਼ਨ ਕਰੋ। ਜਿਵੇਂ ਰੀਡਿੰਗ ਪੜ੍ਹਾਈ ਐਗਜ਼ਾਮ 'ਚ ਆਈ ਸੀਗੀ, ਉਹ ਪੜ੍ਹਾਈ ਆ। ਆਉਣ ਵਾਲੇ ਟਾਈਮ ਦੇ ਵਿੱਚ ਮੈਂ ਰਾਈਟਿੰਗ, ਰੀਡਿੰਗ ਸਭ ਕੁਝ ਪੜਾਊਂਗਾ। ਤੇ ਇਹਨਾਂ ਸ਼ਬਦਾਂ ਨਾਲ ਮੈਂ ਵੀਡੀਓ ਨੂੰ ਕਲੋਜ਼ ਕਰਦਾ। ਜੇ ਵੀਡੀਓ ਵਧੀਆ ਲੱਗੀ ਤਾਂ ਆਪਣੇ ਦੋਸਤਾਂ ਨਾਲ ਜ਼ਰੂਰ ਸ਼ੇਅਰ ਕਰਿਆ ਕਰੋ, ਉਹਨਾਂ ਨੂੰ ਦੱਸਿਆ ਕਰੋ ਵੀ ਰਮਨ ਆਇਲਸ ਦੇ ਨਾਮ ਤੇ ਚੈਨਲ ਹੈ, ਉਹਨੂੰ ਸਬਸਕ੍ਰਾਈਬ ਕਰ, ਤੇ ਰੋਜ਼ ਇੱਕ ਵੀਡੀਓ ਤੁਹਾਨੂੰ ਐਵੇਂ ਪੜਾਉਣ ਦੀ ਮਿਲਦੀ ਹੈ। ਸੋ ਥੈਂਕ ਯੂ ਸੋ ਮਚ, ਲਵ ਯੂ, ਦਿਲੋਂ ਰਿਸਪੈਕਟ। ਸਾਰੇ ਮੇਰੇ ਛੋਟੇ ਭੈਣ ਭਰਾ ਹੋਗੇ, ਮੇਰੇ ਦੋਸਤ ਹੋ ਤੁਸੀਂ, ਤਾਂ ਮੈਂ ਤੁਹਾਡੇ ਨਾਲ ਹਮੇਸ਼ਾ ਹਾਜ਼ਰ ਹਾਂ। ਕੋਈ ਵੀ ਲੋੜ ਹੋਵੇ ਤੇ ਪਲੀਜ਼, ਜੇ ਕਿਸੇ ਦਾ ਰਿਪਲਾਈ ਨਹੀਂ ਹੁੰਦਾ, ਮੈਂ ਆਪ ਬਿਜ਼ੀ ਹੁੰਨਾ, ਤਾਂ ਮੈਨੂੰ ਦਿਲੋਂ ਮਾਫੀ ਹੈ। ਇਹਨਾਂ ਸ਼ਬਦਾਂ ਨਾਲ ਮੈਂ ਵੀਡੀਓ ਨੂੰ ਕਲੋਜ਼ ਕਰਦਾ। ਥੈਂਕ ਯੂ ਸੋ ਮਚ, ਗੁੱਡ ਬਾਏ।